ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਮਨ ਹਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਇਸ ਭੇਖੈ ਥਾਵਹੁ ਗਿਰਹੁ ਭਲਾ, ਜਿੱਥਹੁ ਕੂ ਵਰਸਾਏ। ਸ਼ਬਦ ਰਤੇ ਤਿਨਾ ਸੋਝੀ ਪਈ, ਦੂਜੈ ਭਰਮ ਭੁਲਾਏ। ਪਾਇਐ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵਹਿ ਸੇ ਭਲੇ, ਜਿਨ ਕੀ ਪਤ ਪਾਵਹਿ ਥਾਏ। ਪਇਐ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵਹਿ ਸੇ ਭਲੇ, ਜਿਨ ਕੀ ਪਤ ਪਾਵਹਿ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰਾਂ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ, ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ। ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਇਸ ਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੋਲ੍ਹਿਆ। ਸਥਾਨਕ ਜੀ ਜੋ ਅਸੀਂ ਇੱਥੇ
ਇਸ ਪਾਵਨ ਦਰਬਾਰ 'ਚ ਅੱਜ ਨਤਮਸਤਕ ਹੋਣ ਲਈ ਆ ਰਹੇ ਹਾਂ। ਜਿਹੜੇ ਸਾਡੇ ਤੋਂ ਪਹਿਲਾਂ ਆ ਚੁੱਕੇ ਨੇ, ਜਿਹੜੇ ਇਸ ਵਕਤ ਮੌਜੂਦ ਨੇ ਤੇ ਜਿਨ੍ਹਾਂ ਨੇ ਦੇਰ ਰਾਤਰੀ ਤੱਕ ਇਸ ਪਾਵਨ ਸਥਾਨ 'ਤੇ ਨਤਮਸਤਕ ਹੁੰਦੇ ਰਹਿਣਾ ਹੈ, ਉਹਨਾਂ ਸਾਰਿਆਂ ਨੂੰ ਇੱਕ ਵਿਸ਼ਵਾਸ ਦਵਾਇਆ। ਮਹਾਰਾਜ ਨੇ ਸਾਨੂੰ ਇੱਕ ਅਰਦਾਸ ਕਰਨ ਦੀ ਜੁਗਤ ਦਿੱਤੀ ਹੈ। ਹਾਲਾਂਕਿ ਵਡੇਰਿਆਂ ਨੇ ਸਾਨੂੰ ਅਰਦਾਸ ਵਿੱਚ ਪੌੜੀ ਬਹੁਤ ਪਹਿਲਾਂ ਤੋਂ, ਸਾਡੇ ਕੋਲ ਕੋਈ ਤਾਰੀਖੀ ਹਵਾਲਾ ਨਹੀਂ ਵੀ ਕਦੋਂ ਤੋਂ, ਸ਼ਾਇਦ ਜਦੋਂ ਤੋਂ ਮਹਾਰਾਜ ਨੇ ਬਾਣੀ ਦੇ ਸ਼ਬਦ ਉਚਾਰਨ ਕੀਤਾ ਉਦੋਂ ਤੋਂ ਹੀ ਸਿੱਖ ਮੰਡਲਾਂ ਦੇ ਵਿੱਚ, ਸਿੱਖ ਵਿਚਾਰਾਂ ਦੇ ਵਿੱਚ ਇਹ ਪਾਵਨ ਬਚਨ ਅਰਦਾਸ ਦੇ ਰੂਪ 'ਚ ਵਰਤਿਆ ਜਾਂਦਾ ਹੋਵੇਗਾ। ਤੂੰ ਠਾਕੁਰ ਤੁਮ ਪਹਿ ਅਰਦਾਸ ਸਦੀਆਂ ਤੋਂ, ਸਦਾ ਤੋਂ ਵਰਤਿਆ ਜਾ ਰਿਹਾ। ਇਸ ਤੋਂ ਪਹਿਲਾਂ ਵੀ ਪਿਆਰੇ ਗੁਰਸਿੱਖ ਗੁਰਮੁਖ ਜਿਹੜੇ ਨੇ ਉਹ ਅਰਦਾਸ ਕਰਦੇ ਨੇ, ਭਾਵ ਤੇ ਉਹਨਾਂ ਦਾ ਵੀ ਇਹੀ ਹੁੰਦਾ ਹੋਵੇਗਾ ਨਾ ਕਿ ਇਹ ਸੱਚੇ ਪਾਤਸ਼ਾਹ ਤੂੰ ਹੀ ਤੂੰ ਮਾਲਕ ਹੈ। ਅੱਜ ਸਾਨੂੰ ਫਿਰ ਉਹੀ ਅਰਦਾਸ ਦੁਹਰਾ ਕੇ ਕਰਨ ਲਈ ਕਿ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਤਾਰੇ। ਇਹੀ ਗੱਲਾਂ ਸਾਹਿਬ ਨੇ ਸਾਡੇ ਨਾਲ ਮੁੜ ਦੁਹਰਾ ਕੇ ਕੀਤੀਆਂ ਨੇ, ਔਰ ਇਹਨਾਂ ਗੱਲਾਂ ਨੂੰ ਗਹਿਰੇ ਸਮਝ ਸਕੀਏ ਵੀ ਜਿਸ ਵੀ ਜੀ ਨੂੰ ਇਹ ਗੱਲ ਗਹਿਰੇ ਚਿੰਤਨ 'ਚ ਆ ਜਾਏਗੀ, ਉਹ ਦੁਨੀਆ ਦੇ ਦਿਖਾਵੇ ਤੇ ਕਰਮਾਂ ਤੋਂ ਪਿੱਛੇ ਹਟ ਜਾਏਗਾ। ਉਹ ਆਡੰਬਰ, ਪਾਖੰਡ, ਦਿਖਾਵਾ ਨਹੀਂ ਕਰੇਗਾ, ਕਿਉਂਕਿ ਉਸ ਨੂੰ ਵਿਸ਼ਵਾਸ ਹੈ ਜਿਸ ਨੇ ਮੇਰੀ ਪ੍ਰਤਪਾਲਨਾ ਕਰਨੀ ਉਹਨੂੰ ਦਿਖਾਵਿਆਂ ਦੀ ਜ਼ਰੂਰਤ ਹੈ ਹੀ ਨਹੀਂ। ਕਿਉਂਕਿ ਅੱਜ ਵੀ ਅਸੀਂ ਕਿਤਨੇ ਚੰਗੇ ਬਣੀਏ, ਕੱਪੜੇ ਚੰਗੇ, ਲੀੜੇ ਕੱਪੜੇ ਪਾ ਕੇ ਸੋਹਣੇ ਬਣ ਕੇ ਬੈਠੀਏ, ਤਮਾਮ ਪ੍ਰਕਾਰ ਦੇ ਹੋਰ ਵੀ ਅਸੀਂ ਦੁਨਿਆਵੀ ਧਾਰਮਿਕ ਆਡੰਬਰ ਕਰ ਲਈਏ, ਅਗਰ ਜਿਨ੍ਹਾਂ ਦੇ ਬਜ਼ੁਰਗ ਮਾਤਾ ਪਿਤਾ ਘਰ ਬੈਠੇ ਨੇ, ਮਾਤਾ ਪਿਤਾ ਕੋਲ ਜਾਣ ਵਾਸਤੇ ਸਾਨੂੰ ਇਹਨਾਂ ਦੁਨੀਆ ਭਰ ਦੇ ਰੰਗੀਨ ਕੱਪੜੇ ਪਾਉਣ ਦੀ ਲੋੜ ਥੋੜ੍ਹਾ ਹੈ। ਮਾਤਾ ਪਿਤਾ ਦੇ ਕੋਲ ਜਾਣ ਵਾਸਤੇ, ਉਹਨਾਂ ਦੇ ਨਾਲ ਗੱਲ ਕਰਨ ਲਈ ਸਾਨੂੰ ਕਿਸੇ ਪ੍ਰਕਾਰ ਦੇ ਆਡੰਬਰ ਦੀ, ਦਿਖਾਵੇ ਦੀ, ਦੁਨੀਆ ਦੀ ਜ਼ਰੂਰਤ ਥੋੜ੍ਹਾ ਹੈ। ਉੱਥੇ ਜਾਣ ਲਈ ਤਾਂ ਸਿਰਫ ਹਿਰਦਾ ਚਾਹੀਦਾ ਬਸ। ਉਹਨਾਂ ਨੂੰ ਆਡੰਬਰਾਂ ਦੀ ਜ਼ਰੂਰਤ ਹੈ ਹੀ ਨਹੀਂ। ਭਾਵੇਂ ਉਮਰਾਂ ਕਰਕੇ ਕਿਸ ਪੜਾਵ 'ਤੇ ਖੜ੍ਹੇ ਹੋਵਣ, ਕੋਈ ਫਰਕ ਨਹੀਂ ਪੈਂਦਾ। ਭਾਵੇਂ ਕਿਸ ਦਾ ਬਾਲਕ ਬਹੁਤ ਛੋਟਾ ਹੈ ਅਤੇ ਭਾਵੇਂ ਕਿਸੇ ਦੇ ਬੱਚੇ ਬਜ਼ੁਰਗੀ 'ਚ ਆ ਗਏ ਨੇ, ਮਾਪਿਆਂ ਦੇ ਕੋਲ ਜਾਣ ਵਾਸਤੇ ਬੱਚਿਆਂ ਨੂੰ, ਅਤੇ ਬੱਚਿਆਂ ਨੂੰ ਮਾਪਿਆਂ ਦੇ ਸਾਂਝ ਪਾਉਣ ਵਾਸਤੇ ਕਿਸੇ ਪ੍ਰਕਾਰ ਦੇ ਆਡੰਬਰ ਦੀ ਜ਼ਰੂਰਤ ਨਹੀਂ ਹੈ। ਸਿੱਧੀ ਜਾ ਕੇ ਕਹਿ ਦਿੰਦੇ ਹੁੰਦਾ, ਪਿਤਾ ਜੀ, ਮਾਤਾ ਜੀ, ਮੈਨੂੰ ਆਹ ਚੀਜ਼ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੇ ਭਗਤੀ ਮੰਡਲ ਹੈ ਨਾ, ਉਹ ਗੁਰੂ ਕਰਤੇ ਵਾਹਿਗੁਰੂ ਜੀ ਦੇ ਨਾਲ ਇਹੋ ਜਿਹਾ ਹੀ ਸੰਬੰਧ ਬਣਾ ਕੇ ਰੱਖਦੇ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਵਿਸ਼ਵਾਸ ਵੱਧ ਜਾਂਦਾ ਫਿਰ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇ ਹਾ ਕਾੜਾ ਜੀਓ। ਜਦੋਂ ਵਿਸ਼ਵਾਸ ਵੱਧ ਜਾਂਦਾ ਹੈ ਨਾ, ਫਿਰ ਕੋਈ ਦਿਖਾਵਾ ਨਹੀਂ ਕਰੀਦਾ, ਫਿਰ ਕੋਈ ਭਰਮ ਭੁਲੇਖਾ ਵੀ ਨਹੀਂ ਰਹਿੰਦਾ। ਬਸ ਇਹੀ ਦਿਖਾਵੇ ਤੇ ਭਰਮ ਭੁਲੇਖਿਆਂ ਤੋਂ ਆਪਾਂ ਬਚ ਸਕੀਏ। ਮਹਾਰਾਜ ਨੇ ਅਜਿਹੀ ਗੱਲਾਂ ਸਾਡੇ ਨਾਲ ਕੁਝ ਸਾਂਝੀਆਂ ਕੀਤੀਆਂ। ਇਹ ਲੜੀਵਾਰ ਵਿਚਾਰ ਜਿਹੜੇ ਨੇ, ਇਹਨਾਂ ਹੀ ਗੱਲਾਂ ਨੂੰ ਹੋਰ ਗਹਿਰਾ ਸਥਾਪਿਤ ਕਰਦੇ ਨੇ। ਮਹਾਰਾਜ ਕਹਿਣ ਲੱਗੇ, ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਪਿਆਰਿਓ, ਸਤਿਗੁਰੂ ਨੂੰ ਜਦੋਂ ਕੋਈ ਮਿਲਦਾ ਏ ਤਾਂ ਕੀ ਮਿਟਦਾ ਹੈ, ਕੀ ਬਦਲਦਾ ਕੀ ਹੈ? ਅਸੀਂ ਤੁਸੀਂ ਜਿਤਨੇ ਜੀ ਮਹਾਰਾਜ ਕੋਲ ਆਉਂਦੇ ਹਾਂ, ਜਿਹੜੇ ਸਾਡੇ ਵਡੇਰੇ ਨੇ, ਜਿਹੜੇ ਲੰਮੇਰੇ ਸਮੇਂ ਤੋਂ ਗੁਰੂ ਸੰਗਤਾਂ ਨੂੰ ਮਾਣ ਰਹੇ ਨੇ, ਪਿਆਰ ਮਾਣ ਰਹੇ ਨੇ, ਉਹ ਆਪਣੇ 'ਚ ਕੀ ਬਦਲਾਅ ਮਹਿਸੂਸ ਕਰਦੇ ਨੇ? ਹੋ ਸਕਦਾ ਕਈ ਵਾਰ ਅਸੀਂ ਆਪਣੇ ਅੰਦਰਲੇ ਬਦਲਾਅ ਨੂੰ ਦੱਸ ਨਹੀਂ ਸਕਦੇ, ਕਹਿ ਨਹੀਂ ਸਕਦੇ। ਹੁੰਦਾ ਤੇ ਜ਼ਰੂਰ ਹੈ ਨਾ, ਐਸਾ ਤਾਂ ਹੈ ਹੀ ਨਹੀਂ ਕਿ ਕੋਈ ਗੁਰੂ ਸੰਗਤ ਵਿੱਚ ਆ ਰਿਹਾ ਹੋਵੇ ਲਗਾਤਾਰ ਅਤੇ ਉਹਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਬਦਲਾਅ ਵੀ ਨਾ ਹੋਵੇ। ਐਸਾ ਨਹੀਂ ਹੈ।
ਤੇ ਜੇ ਖਿਮਾ ਕਰਨਾ ਕਿਸੇ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਬਦਲਾਵ ਨਹੀਂ ਹੋ ਰਿਹਾ ਤੇ ਫਿਰ ਉਹ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਨਹੀਂ ਆ ਰਿਹਾ, ਉਹ ਇੱਥੇ ਕਿਸੇ ਹੋਰ ਕੰਮ ਲਈ ਆ ਰਿਹਾ। ਤੇ ਭਾਈ ਬਥੇਰੇ ਹੋਰ ਕੰਮ ਨੇ, ਦੁਨੀਆ ਬੜੀ ਵੱਡੀ ਹੈ, ਆਉਂਦੇ ਹੋਣਗੇ ਲੋਕ ਆਪਣੇ 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 ਤਰੀਕੇ ਨੇ, ਆਪਣੇ ਆਪਣੇ ਕਰਮ ਧਰਮ ਕਰਤੱਵ ਨੇ, ਕੋਈ ਕੀ ਕਰਨ ਆਉਂਦਾ, ਕੋਈ ਕੀ ਕਰਨ ਦਾ, ਅਲੱਗ ਬਾਤਾਂ ਨੇ। ਪਰ ਅਗਰ ਕੋਈ ਜੀ ਸਤਿਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਤੇ ਸਤਿਗੁਰੂ ਸਾਹਿਬ ਜੀ ਦੀ ਸੰਗਤ ਦੇ ਸਦਕੇ, ਸਤਿਗੁਰੂ ਕੀ ਬਖਸ਼ਿਸ਼ ਦੇ ਸਦਕੇ ਉਸ ਮਨੁੱਖ ਦੇ ਵਿੱਚ ਬਦਲਾਵ ਜ਼ਰੂਰ ਆਉਂਦਾ ਹੈ। ਅਸੀਂ ਕਹਾਂਗੇ ਦੇਖੋ ਜੀ ਹੁਣੇ ਆਉਣ ਲੱਗ ਪਏ, ਇਹਨਾਂ ਦਾ ਕੱਪੜੇ ਪਾਉਣ ਦਾ ਢੰਗ ਬਦਲ ਗਿਆ, ਇਹਨਾਂ ਦਾ ਗੱਲਬਾਤ ਕਰਨ ਦਾ ਢੰਗ ਬਦਲ ਗਿਆ, ਇਹਨਾਂ ਦਾ ਜੀਵਨ ਦਾ ਵਿਵਹਾਰ ਢੰਗ ਬਦਲ ਗਿਆ। ਹੌਲੀ ਹੌਲੀ ਬਾਹਰ ਦੇ ਢੰਗ ਬਦਲਦੇ ਨਜ਼ਰ ਆਉਂਦੇ ਨੇ, ਪਰ ਮਹਾਰਾਜ ਚੂੰਕਿ ਇੱਥੇ ਬੈਠੇ ਗੁਰਸਿੱਖਾਂ ਲਈ ਅੰਦਰ ਦੀ ਗੱਲ ਕਰਦੇ ਨੇ। ਕਹਿਣ ਲੱਗੇ ਸਤਿਗੁਰੂ ਨੂੰ ਮਿਲਣ 'ਤੇ ਸਭ ਤੋਂ ਵੱਡਾ ਬਦਲਾਅ ਪਤਾ ਕੀ ਹੁੰਦਾ ਹੈ? ਮਨੁੱਖ ਦੇ ਅੰਦਰ ਦੀ ਜੋ ਭੁੱਖ ਹੈ ਨਾ, ਤ੍ਰਿਸ਼ਨਾ ਦੀ, ਉਹ ਮਿਟਣ ਲੱਗ ਪੈਂਦੀ ਹੈ। ਅਤੇ ਭੁੱਖ ਦੇ ਅਸੀਂ ਦੋ ਰੂਪ ਮੰਨਦੇ ਹਾਂ। ਇੱਕ ਸਰੀਰਕ ਭੁੱਖ ਹੈ ਜੋ ਭੋਜਨ ਪ੍ਰਸ਼ਾਦੇ ਨਾਲ ਪੂਰੀ ਹੁੰਦੀ ਹੈ, ਔਰ ਇੱਕ ਭੁੱਖ ਹੈ ਸਾਡੀ ਜੋ ਤ੍ਰਿਸ਼ਨਾ ਦੀ ਹੈ, ਮਨ ਦੀ ਭੁੱਖ ਹੈ, ਜਿਹਨੂੰ ਅਸੀਂ ਮਾਇਆ ਦੀ ਭੁੱਖ ਕਹਿ ਦਿੰਦੇ ਹਾਂ। ਸੰਸਾਰ ਦੇ ਜੋ ਸਰੀਰਕ ਭੁੱਖ ਨੇ ਉਹਦਾ ਇੱਕੋ ਹੀ ਆਧਾਰ ਹੈ ਭੋਜਨ, ਪਰ ਸਾਨੂੰ ਵੀ ਪਤਾ ਕਿ ਭੋਜਨ ਦੇ ਕਈ ਪ੍ਰਕਾਰ ਨੇ, ਭੋਜਨ ਦੇ ਕਈ ਰੰਗ ਢੰਗ ਸਵਾਦ ਹੋਣਗੇ। ਇਸੇ ਤਰ੍ਹਾਂ ਭਾਈ ਮਨ ਦੀ ਭੁੱਖ ਵੀ ਮਾਇਆ ਹੀ ਹੈ, ਪਰ ਮਾਇਆ ਦੇ ਵੀ ਕਈ ਰੂਪ ਰੰਗ ਪ੍ਰਕਾਰ ਨੇ, ਮਾਇਆ ਦੇ ਵੀ ਕਈ ਸਰੂਪ ਨੇ। ਮਾਇਆ ਵੀ ਸਾਡੇ ਉੱਤੇ ਕਈ ਪ੍ਰਕਾਰ ਦੇ ਨਾਲ ਪ੍ਰਭਾਵ ਪਾਉਂਦੀ ਹੈ, ਅਤੇ ਉਹਨਾਂ ਹੀ ਪ੍ਰਕਾਰਾਂ ਦੀ ਸਾਡੇ ਅੰਦਰ ਭੁੱਖ ਰਹਿੰਦੀ ਹੈ। ਜਿਸ ਜਿਸ ਕਿਤੇ ਖੇਤੇ ਵਿੱਚ ਮਨੁੱਖ ਪ੍ਰਵੇਸ਼ ਕਰਦਾ ਹੈ, ਉਹਨਾਂ ਦੀ ਵੈਸੀ ਵੈਸੀ ਭੁੱਖ ਬਣਦੀ ਜਾਂਦੀ ਹੈ। ਔਰ ਇਹ ਸਾਰੀ ਜਿਵੇਂ ਸਰੀਰ ਦੇ ਭੋਜਨ ਦੀ ਮਨੁੱਖ ਨੂੰ ਸਵਾਦਾਂ ਦੀ ਭੁੱਖ ਹੁੰਦੀ ਹੈ, ਕੋਈ ਕਿਸੇ ਪਦਾਰਥ ਦੀ ਡਿਸ਼ ਨੂੰ ਖਾਣ ਲਈ ਦੌੜਿਆ ਫਿਰਦਾ, ਕੋਈ ਕਿਸੇ ਨੂੰ। ਅਸਾਂ ਵੇਖਿਆ ਸੰਸਾਰ ਦੇ ਬਾਜ਼ਾਰ ਵਿੱਚ ਲੋਕ ਸਪੈਸ਼ਲ ਤੌਰ 'ਤੇ ਕਿਸੇ ਖਾਸ ਡਿਸ਼ ਨੂੰ, ਕਿਸੇ ਖਾਸ ਪਦਾਰਥ ਨੂੰ ਖਾਣ ਵਾਸਤੇ ਕਈ ਮੀਲ ਦਾ ਸਫ਼ਰ ਕਰਕੇ ਜਾਂਦੇ। ਫਲਾਣੇ ਥਾਂ ਜੀ ਆਹ ਚੀਜ਼ ਬੜੀ ਵਧੀਆ ਮਿਲਦੀ, ਲੌਟਦੇ ਨਾ। ਆਹ ਖਾਣ ਪੀਣ ਦੇ ਸ਼ੌਕੀਨ ਆਪਾਂ ਕਹਿ ਦਿੰਦੇ ਹਾਂ, ਬੜੀ ਦੂਰ ਜਾਂਦੇ ਆ, ਆਖੇ ਜੀ ਫਲਾਣੇ ਥਾਂ 'ਤੇ ਆ ਫਲਾਣੀ ਚੀਜ਼ ਦਾਲ ਸਬਜ਼ੀ ਬੜੀ ਵਧੀਆ ਮਿਲਦੀ ਹੈ, ਲੋਕ ਜਾਂਦੇ ਨੇ। ਠੀਕ ਹੈ, ਹੋਏਗਾ ਭਾਈ, ਸਰੀਰ ਦੀ ਭੁੱਖ ਹੈ। ਇਸੇ ਤਰ੍ਹਾਂ ਮਨ ਦੀਆਂ ਭੁੱਖਾਂ ਵੀ ਇਸੇ ਤਰ੍ਹਾਂ ਹੀ ਨੇ, ਅਤੇ ਮਨੁੱਖ ਮਨ ਦੀਆਂ ਭੁੱਖਾਂ ਦੀ ਆਪੂਰਤੀ ਲਈ ਵੀ ਦੇਸ਼ ਪ੍ਰਦੇਸ਼ ਥਾਂ ਕੋ ਥਾਂ ਭੱਜਾ ਫਿਰਦਾ, ਉੱਥੇ ਫਲਾਣੇ ਥਾਂ ਫਲਾਣੀ ਚੀਜ਼ ਬੜੀ ਵਧੀਆ ਹੈ। ਮਨ ਦੀਆਂ ਭੁੱਖਾਂ ਦੇ ਮੋਟੇ ਤੌਰ 'ਤੇ ਜਿੰਨੇ 5 ਵਿਕਾਰ ਨੇ ਨਾ, ਅਸੀਂ ਇੰਨੀਆਂ ਪ੍ਰਕਾਰ ਦੀ ਮਨੁੱਖ ਦੇ ਵੱਡੀਆਂ ਭੁੱਖਾਂ ਦੀ ਵੰਡ ਕਰ ਲੈਂਦੇ ਹੁੰਦੇ ਹਾਂ। ਕਈਆਂ ਦੇ ਅੰਦਰ ਲਾਲਚ ਬੜਾ ਹੈ, ਜਿਹਨੂੰ ਲੋਭ। ਦਾਰਸ਼ਨਿਕ ਮੰਡਲ 'ਚ ਜਦੋਂ ਵਿਆਖਿਆ ਕਰੀ ਦੀਆਂ ਨੇ, ਆ ਮਾਇਆ ਇੱਕ ਸ਼ਬਦ ਹੈ ਸਾਡੇ ਕੋਲ, ਬਹੁਤ ਵੱਡਾ ਵਿਸਤਾਰ ਹੈ। ਇੱਕ ਆਮ ਬੋਲਚਾਲ ਸ਼ਬਦ ਹੈ ਮੋਹ ਮਾਇਆ, ਸਾਡਾ ਬੋਲਚਾਲ 'ਚ ਬਹੁਤਾ ਸ਼ਬਦ ਹੈ ਮੋਹ ਮਾਇਆ। ਇਸੇ ਤਰ੍ਹਾਂ ਕਿਤੇ ਪਾਵਨ ਬਾਣੀ ਨੂੰ ਪੜ੍ਹੀਏ, ਇਸੇ ਤਰ੍ਹਾਂ ਇੱਕ ਸ਼ਬਦ ਹੈ ਕਾਮ ਮਾਇਆ। ਇੱਕ ਲੋਭ ਦੀ ਮਾਇਆ ਹੈ, ਇੱਕ ਕਾਮ ਦੀ ਮਾਇਆ ਹੈ। ਪੜ੍ਹਿਆ ਹੋਣਾ ਪਾਠ ਕਰਦੇ ਹਾਂ ਆਪਣੇ, ਕਾਮ ਮਾਇਆ ਕੁੰਚਰ ਕੋ ਵਿਆਪੈ, ਉੱਤੇ ਵੀ ਮਾਇਆ ਦਾ ਅਸਰ ਹੈ। ਜਿੱਥੇ ਲੋਭ ਦਾ ਅਸਰ ਹੈ, ਉੱਤੇ ਵੀ ਮਾਇਆ ਦਾ ਅਸਰ ਹੈ। ਜੇ ਇਹ ਦੋ ਮਾਇਆਵੀ ਪੱਖ ਨੇ ਨਾ, ਤੇ ਫਿਰ ਚੇਤਾ ਰੱਖਣਾ, ਜੇ ਮੋਹ ਮਾਇਆ ਹੈ, ਕਾਮ ਮਾਇਆ ਹੈ, ਤੇ ਕ੍ਰੋਧ ਦੀ ਇੱਕ ਆਪਣੀ ਮਾਇਆ ਹੈ, ਮੋਹ ਦੀ ਆਪਣੀ ਮਾਇਆ, ਅਹੰਕਾਰ ਦੀ ਆਪਣੀ ਮਾਇਆ ਹੈ। ਇਹਨਾਂ ਪੰਜਾਂ ਜਿਹਨੂੰ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕਹਿੰਦੇ ਆ, ਇਹਨਾਂ ਪੰਜਾਂ ਦੀਆਂ ਆਪਣੀਆਂ ਵੱਖਰੇ ਮਾਇਆਵ ਦੇ ਮੰਡਲ ਨੇ। ਔਰ ਇਹਨਾਂ ਦੀ ਭੁੱਖ ਸਭ ਨੂੰ ਪਤਾ ਹੈ ਕਿ ਮੁੱਕਦੀ ਨਹੀਂ ਕਿਸੇ ਦੀ। ਜੀਵਨਾ ਇੱਕ ਭੁੱਖ ਹੈ, ਪਦਾਰਥਾਂ ਦੀ, ਤ੍ਰਿਸ਼ਨਾ ਦੀ ਬੜੇ ਭੁੱਖ ਨੇ। ਕਈਆਂ ਨੂੰ ਨਿੰਦਾ, ਚੁਗਲੀਆਂ, ਤਮਾਮ ਪ੍ਰਕਾਰ ਦੀਆਂ ਭੁੱਖਾਂ ਮੰਨਦੀਆਂ ਨੇ। ਮਹਾਰਾਜ ਕਹਿਣ ਲੱਗੇ ਸਤਿਗੁਰੂ ਨੂੰ ਜਦੋਂ ਮਿਲੀਦਾ ਹੈ ਤੇ ਇਹ ਭੁੱਖ ਹੌਲੀ ਹੌਲੀ ਖਤਮ ਹੋਣ ਲੱਗ ਪੈਂਦੀ ਹੈ, ਮਨ ਸ਼ਾਂਤ ਹੋਣ ਲੱਗ ਪੈਂਦਾ ਹੈ। ਅਤੇ ਮਨ ਸ਼ਾਂਤ ਹੋਣ ਦੇ ਨਾਲ ਜਿਸ ਵੀ ਪੱਧਰ ਦੀ ਇਸ ਦੇ ਅੰਦਰ ਭੁੱਖ ਹੁੰਦੀ ਹੈ, ਉਹਦਾ ਜੋ ਲੈਵਲ ਹੈ ਉਹ ਘਟਣ ਲੱਗ ਪੈਂਦਾ ਹੈ, ਉਹਦੀ ਫ੍ਰੀਕੁਐਂਸੀ ਘਟਣ ਲੱਗ ਪੈਂਦੀ ਹੈ।
ਹੌਲੀ 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 ਇਹ ਭੁੱਖ ਮਿਟ ਜਾਂਦੀ ਹੈ। ਜਿਹੜੇ ਵਿਆਕਰਣਕ ਤਰੀਕੇ ਨਾਲ ਪਾਠ ਕਰਦੇ ਪੜ੍ਹਦੇ ਨੇ ਉਹਨਾਂ ਵੇਖਿਆ ਹੋਣਾ ਮਹਾਰਾਜ ਨੇ ਇੱਥੇ ਭੁੱਖ ਦਾ ਖੱਖਾ ਮੁਕਤ ਛੱਡਿਆ, ਜਿਹਦਾ ਮਤਲਬ ਹੁੰਦਾ ਬਹੁਤ ਸਾਰੀਆਂ। ਪਰ ਚੇਤਾ ਰੱਖਣਾ, ਅਗਰ ਕੋਈ ਕੇਵਲ ਤੇ ਕੇਵਲ ਧਰਮ ਦਾ ਲਿਬਾਸ ਪਾਉਂਦਾ ਹੈ, ਭੇਖ ਪਾਉਣਾ, ਲਿਬਾਸ ਪਾਉਣਾ, ਲਿਬਾਸ ਧਰਮ ਦਾ ਪਾ ਲੈਂਦਾ ਹੈ, ਉੱਤੋਂ ਅੰਦਰੋਂ ਪ੍ਰਭੂ ਦਾ ਪਿਆਰ ਤੇ ਗੁਰੂ ਕੀ ਸੰਗਤ ਨਹੀਂ ਮੰਨ ਪਾਇਆ, ਉਹਦੀ ਭੁੱਖ ਕਦੇ ਨਹੀਂ ਜਾਏਗੀ। ਉਹ ਕਿਤਨੇ ਮਰਜ਼ੀ ਧਰਮ ਦੇ ਕਰਮ ਕਰਦਾ ਹੋਵੇ, ਉਹ ਭੁੱਖਾ ਦਾ ਭੁੱਖਾ ਰਹੇਗਾ। ਅਸੀਂ ਵੇਖਿਆ ਹੈ, ਹੁਣੇ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੇ ਰਲ ਕੇ ਪੁਰਬ ਮਨਾਇਆ ਸਾਰਿਆਂ ਨੇ। ਅਸੀਂ ਪਿਛਲੇ ਕਈ ਦਿਨਾਂ ਤੋਂ ਸੰਧਿਆ ਦੇ ਵੇਲੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਕੀ ਸਾਖੀ ਪੜ੍ਹਨ ਸੁਣਨ ਦਾ ਯਤਨ ਕਰਦੇ ਰਹੇ ਹਾਂ, ਲਗਾਤਾਰ ਨਿਰੰਤਰ ਹੁਣ ਵੀ ਜਾਰੀ ਹੈ। ਕੁਛ ਵੇਖਿਆ ਅਸਾਂ ਨੇ, ਜੋਗੀ ਬੜੇ ਸਿਆਣੇ ਨੇ, ਮੰਤਰਾਂ ਦੀ ਸਿੱਧੀਆਂ ਪ੍ਰਾਪਤ ਕੀਤੇ ਨੇ, ਉਮਰ ਦਰਾਜ਼ ਨੇ, ਬਹੁਤ ਵੱਡੇ ਵੱਡੇ ਕਹਿੰਦੇ ਕਹਾਂਦੇ ਸਾਧੂ ਨੇ, ਪਰ ਕੀ ਉਹਨਾਂ ਦੀ ਭੁੱਖ ਮਿਟ ਗਈ ਹੈ? ਠੀਕ ਹੈ, ਉਹਨਾਂ ਪੱਕੇ ਮਕਾਨ ਨਹੀਂ ਬਣਾਏ, ਠੀਕ ਹੈ, ਉਹਨਾਂ ਘਰ ਪਰਿਵਾਰ ਨਹੀਂ ਪਾਲੇ, ਪਰ ਕੀ ਭੁੱਖ ਤ੍ਰਿਸ਼ਨਾ ਮਿਟ ਗਈ ਹੈ? ਵਲੀ ਕੰਧਾਰੀ ਬੜਾ ਵੱਡਾ ਸਾਧੂ ਹੈ, ਕਰਾਮਾਤੀ ਹੈ, ਪਰ ਕੀ ਉਹਦੀ ਭੁੱਖ ਮਿਟ ਗਈ ਹੈ? ਮਨ ਸ਼ਾਂਤ ਹੈ? ਤੇ ਜਵਾਬ ਮਿਲਦਾ ਹੈ ਨਹੀਂ। ਪਰ ਇਹਨਾਂ ਦੀ ਭੁੱਖਾਂ ਦੇ ਪ੍ਰਕਾਰ ਅਲੱਗ-ਅਲੱਗ ਨੇ। ਸੱਜਣ ਜਿਹਨੂੰ ਆਪਾਂ ਠੱਗ ਕਹਿੰਦੇ ਹੁੰਦੇ ਹਾਂ, ਸੱਜਣ ਤੇ ਉਹਦਾ ਨਾਮ ਹੈ, ਉਹਦੀ ਭੁੱਖ ਮਿਟੀ ਹੈ? ਨਹੀਂ। ਉਹਦੇ ਅੰਦਰ ਲਾਲਚ, ਰੁਪਇਆਂ ਦੀ ਭੁੱਖ ਹੈ, ਉਹ ਰੁਪਇਆਂ ਦੀ ਖਾਤਰ ਬੰਦੇ ਮਾਰਦਾ ਰਹਿੰਦਾ ਹੈ। ਹੁਣ ਵਲੀ ਕੰਧਾਰੀ ਨੂੰ ਕੋਈ ਰੁਪਇਆਂ ਦੀ ਇਕੱਲਿਆਂ ਦੀ ਭੁੱਖ ਹੈ? ਨਹੀਂ, ਇਕੱਲਿਆਂ ਰੁਪਈਆਂ ਦੀ ਭੁੱਖ ਨਹੀਂ। ਵੀ ਲਿਬਾਸ ਕਰਕੇ ਸਾਧੂ ਹੈ, ਇੱਕ ਵੀ ਵਲੀ ਪੀਰ ਹੈ, ਪਰ ਉਹਦੇ ਅੰਦਰ ਹੰਕਾਰ ਦੀ ਭੁੱਖ ਹੈ। ਹਮਜ਼ਾ ਗੌਸ ਜਿਹੜਾ ਪੂਰੇ ਸ਼ਹਿਰ ਨੂੰ ਹੀ ਗਰਕ ਕਰਨ ਦੀ ਸਹੁੰ ਖਾ ਕੇ ਤਪੱਸਿਆ ਕਰਨ ਬੈਠਾ ਹੈ ਕਿ ਉਹਦਾ ਮਨ ਸ਼ਾਂਤ ਹੈ? ਨਹੀਂ, ਉਹਦੇ ਅੰਦਰ ਵੀ ਹੰਕਾਰ ਦੀ ਭੁੱਖ ਹੈ। ਜੋਗੀ ਇਹ ਵੀ ਆਪਣੇ ਹੰਕਾਰ 'ਚ ਬੈਠੇ ਹੋਏ ਨੇ। ਬੜੇ ਵੱਡੇ ਨਾਮ ਇਸ ਜੇ ਪੜ੍ਹਨ ਲੱਗ ਪਈਏ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਗਤ ਕਾਲ ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿਤਨੇ ਕੁ ਨਾਂ ਅਸੀਂ ਪੜ੍ਹ ਲਵਾਂਗੇ, ਜਿਨ੍ਹਾਂ ਦੇ ਬਾਹਰੋਂ ਧਰਮ ਲਿਬਾਸ ਨੇ, ਬਾਹਰੋਂ ਬੜੇ ਚੰਗੇ ਨੇ, ਪਰ ਕੀ ਉਹਨਾਂ ਦਾ ਭੁੱਖ ਮਿਟ ਗਈ? ਜਵਾਬ ਮਿਲਦਾ ਨਹੀਂ। ਕਲਪੇ ਪਏ ਨੇ ਵਿਚਾਰੇ, ਭੁੱਖ ਕਰਦੇ ਮਰੂ ਫਿਰ। ਤਾਈਓ ਤਾਂ ਸਾਡੇ ਵਡੇਰਿਆਂ 'ਚੋਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਰੱਜ ਨਾ ਕੋਈ ਜੀਵਿਆ, ਕਿਦਾਂ ਕੋਈ ਜੀ ਕੇ ਰੱਜਿਆ ਨਹੀਂ, ਕਿਉਂਕਿ ਮਨ ਦੀ ਭੁੱਖ ਨਹੀਂ ਮਿਟਦੀ। ਉਹ ਗੱਲ ਵੱਖਰੀ ਕਿ ਮਨ ਦੀ ਭੁੱਖ ਦਾ ਰੂਪ ਕੀ ਹੈ। ਕਿਸੇ ਨੂੰ ਰੁਪਇਆਂ ਦੀ ਭੁੱਖ ਹੈ। ਕਾਰੂ ਦੀ ਗਾਥਾਵਾਂ ਅਸੀਂ ਸੁਣਦੇ ਪੜ੍ਹਦੇ ਹੀ ਰਹਿੰਦੇ ਹਾਂ, ਉਹਦੇ ਅੰਦਰ ਰੁਪਇਆਂ ਦੀ ਇੰਨੀ ਵੱਡੀ ਭੁੱਖ ਹੈ ਕਿ ਉਹਨੇ ਸਾਰੇ ਆਪਣੇ ਆਲੇ ਦੁਆਲੇ ਦੇ ਰਾਜ ਪੱਧਰ 'ਚੋਂ ਲੋਕਾਂ ਦੇ ਘਰੋਂ ਸਿੱਕੇ ਕੱਢ ਲਏ, ਕਬਰਾਂ ਪੁੱਟ ਕੇ ਵੀ ਰੁਪਈਏ ਕੱਢ ਲਏ ਨੇ, ਪਰ ਕੀ ਫਿਰ ਵੀ ਭੁੱਖ ਮਿਟ ਗਈ? ਸਿਕੰਦਰ ਨੂੰ ਧਰਤੀ ਜਿੱਤਣ ਦੀ ਭੁੱਖ ਹੈ, ਕਿ ਅੱਜ ਤੱਕ ਉਹਦੀ ਭੁੱਖ ਮਿਟ ਗਈ? ਕਹਿੰਦੇ ਨਹੀਂ, ਸਿਕੰਦਰ ਵੀ ਭੁੱਖਾ ਇੱਥੋਂ ਗਿਆ, ਤ੍ਰਿਸ਼ਨਾ 'ਚ ਗਿਆ ਹੈ। ਜਿੰਨੇ ਮਰਜ਼ੀ ਇਸ ਪੱਧਰ ਦੇ ਨਾਮ ਪੜ੍ਹ ਲਈਏ, ਇਸੇ ਤਰ੍ਹਾਂ ਧਾਰਮਿਕ ਲਿਬਾਸ ਵਾਲਿਆਂ ਦੀ ਭੁੱਖ ਨਹੀਂ ਮਿਟਦੀ, ਰਾਜਗਰਦੀਆਂ ਦੇ ਵਿੱਚ ਭੁੱਖ ਨਹੀਂ ਮਿਟਦੀ। ਭੁੱਖ ਕਿਵੇਂ ਜਾਂਦੇ? ਭੇਖੀ ਭੁੱਖ ਨਾ ਜਾਏ। ਮਹਾਰਾਜ ਕਹਿਣ ਲੱਗੇ, ਭਾਵੇਂ ਕੋਈ ਧਰਮ ਬਾਹਰਲਾ ਲਿਬਾਸ ਬਦਲ ਲੈਂਦਾ ਹੈ, ਪਰ ਇੱਦਾਂ ਦੇ ਲਿਬਾਸ ਬਦਲਣ ਦੇ ਨਾਲ, ਭੇਖਾਂ ਦੇ ਨਾਲ ਮਨ ਦੀ ਭੁੱਖ ਨਹੀਂ ਜੇ ਜਾਂਦੀ। ਮਹਾਰਾਜ ਨਤੀਜਾ ਕੀ ਮਿਲਦਾ ਫਿਰ? ਕਹਿਣਗੇ ਦੁੱਖ ਲੱਗਾ। ਅਤੇ ਜਿੰਨਾ ਚਿਰ ਮਨੁੱਖ ਦੇ ਮਨ ਵਿੱਚ ਭੁੱਖ ਹੈ ਨਾ, ਉਹਨਾਂ ਚਿਰ ਮਨੁੱਖ ਦੁਖੀ ਰਹਿੰਦਾ ਹੈ। ਭਾਵੇਂ ਉਹ ਧਾਰਮਿਕ ਹੋਵੇ, ਭਾਵੇਂ ਰਾਜਗੱਦੀ 'ਤੇ ਬੈਠਾ ਹੋਵੇ, ਭਾਵੇਂ ਆਪਣੇ ਆਪ ਨੂੰ ਸੰਤ ਬਣਾ ਕੇ ਬੈਠਾ ਹੋਵੇ, ਅਤੇ ਭਾਵੇਂ ਕੋਈ ਗ੍ਰਸਤੀ ਹੋਵੇ, ਅਗਰ ਉਹਦੇ ਮਨ ਵਿੱਚ ਭੁੱਖ ਹੈ ਤੇ ਉਹ ਕਦੇ ਸ਼ਾਂਤ ਨਹੀਂ ਹੋਵੇਗਾ। ਅਜੋਕੇ ਮੰਡਲਾਂ ਦੇ ਵਿੱਚ ਵੀ ਅਸੀਂ ਦੇਖਿਆ ਨਾ, ਜੇ ਨਿਗਾਹ ਭਰ ਕੇ ਆਲੇ ਦੁਆਲੇ ਨੂੰ ਕਿਤੇ ਵੇਖ ਲਈਏ, ਸਾਡੇ ਆਲੇ ਦੁਆਲੇ ਕੁਝ ਐਸੇ ਲੋਕ ਸਨ, ਲੋਕ ਜਿਨ੍ਹਾਂ ਨੂੰ ਗੁਰੂ ਕਹਿ ਕੇ ਮੱਥਾ ਟੇਕਦੇ ਸਨ, ਜਿਨ੍ਹਾਂ ਦੇ ਕੋਲ ਨਾ ਰੁਪਇਆਂ ਦੀ ਕਮੀ ਸੀ, ਨਾ ਵਡੱਪਣ ਦੀ ਕਮੀ ਹੈ, ਪਰ ਕੀ ਉਹ ਰੱਜ ਗਏ? ਨਹੀਂ, ਹੋਰ ਪਰੇ। ਅਤੇ ਨਤੀਜੇ ਅੱਜ ਦੁਖੀ ਨੇ, ਅੱਜ ਜੇਲ੍ਹਾਂ 'ਚ ਬੈਠੇ ਨੇ, ਅੱਜ ਕੋਈ ਬਾਤ ਨਹੀਂ ਪੁੱਛਦਾ। ਅੱਜ ਸੰਸਾਰ ਦੀ ਨਜ਼ਰ 'ਚ, ਕਾਨੂੰਨ ਦੀ ਨਜ਼ਰ 'ਚ ਗੁਨਾਹਗਾਰ ਬਣ ਕੇ ਬੈਠੇ ਨੇ। ਰਾਜਿਆਂ ਮੰਡਲਾਂ 'ਚ ਦੇਖਦੇ ਰਾਜਗਰਦੀਆਂ 'ਤੇ ਕੀ ਸਾਡੇ ਆਲੇ ਦੁਆਲੇ 'ਤੇ ਜਿਹੜੇ ਪਿਛਲੇ ਸਮਿਆਂ ਤੋਂ ਹਾਕਮ ਬਣ ਕੇ ਸਾਡੇ 'ਤੇ ਰਾਜ ਕਰਦੇ ਰਹੇ ਨੇ, ਕਿ ਉਹਨਾਂ ਦੇ ਕੋਲ ਰੁਪਇਆਂ ਦੀ ਕੋਈ ਕਮੀ ਹੈ? ਨਹੀਂ।
ਕਿ ਉਹਨਾਂ ਦੇ ਕੋਲ ਕਿਸੇ ਦੁਨੀਆ ਦੇ ਰਾਜ ਪ੍ਰਬੰਧ ਜ਼ੋਰ ਦੀ ਤਾਕਤ ਦੀ ਕਮੀ ਹੈ? ਜਵਾਬ ਮਿਲਦਾ ਨਹੀਂ। ਪਰ ਕੀ ਉਹ ਰੱਜ ਗਏ ਨੇ? ਜਵਾਬ ਮਿਲਦਾ ਤਾਂ ਵੀ ਨਹੀਂ। ਨਾ ਧਨ ਦੀ ਕਮੀ ਹੈ, ਨਾ ਜ਼ੋਰ ਦੀ ਕਮੀ ਹੈ, ਨਾ ਤੇ ਰੱਜੇ ਵੀ ਨਹੀਂ। ਕਮੀ ਫਿਰ ਹੈ ਕਿ ਉਹਨਾਂ ਦੇ ਕੋਲ ਬੇਚੈਨੀ ਹੈ, ਸ਼ਾਂਤ, ਕਿਉਂਕਿ ਦੁੱਖ ਲੱਗਾ ਹੈ। ਦੁੱਖ ਲੱਗ ਗਿਆ ਉਹਨਾਂ ਦਾ, ਭੁੱਖ ਦਾ ਦੁੱਖ ਲੱਗ ਗਿਆ ਉਹਨੂੰ, ਦੁੱਖ ਲੱਗਾ। ਇਸ ਦੁੱਖ ਦੇ ਲੱਗੇ ਹੋਏ ਫਿਰ ਕਰਦੇ ਕੀ ਨੇ? ਘਰ ਘਰ ਫਿਰ ਹੈ। ਇੱਥੇ ਘਰ ਘਰ ਦਾ ਮਤਲਬ ਇਹ ਨਹੀਂ ਕਿ ਕੇਵਲ ਠੂਠਾ ਲੈ ਕੇ ਮੰਗਦੇ ਫਿਰਦੇ ਨੇ। ਸੰਤ ਲੱਗਦਾ ਵੀ ਇਹ ਭਿਖਾਰੀ ਹੀ ਘਰ ਲੈ ਕੇ ਠੂਠਾ ਲੈ ਕੇ ਮੰਗਦੇ ਫਿਰਦੇ ਨੇ, ਰਾਜੇ ਵੀ ਇੱਦਾਂ ਹੀ ਤੁਰੇ ਫਿਰਦੇ ਨੇ। ਜੇ ਰਾਜਿਆਂ ਦੇ ਅੰਦਰ ਭੁੱਖ ਹੈ ਤਾਂ ਹੀ ਤੋਂ ਇੱਕ ਦੇਸ਼ ਲੁੱਟਿਆ, ਦੂਜਾ ਲੁੱਟਿਆ, ਤੀਜਾ ਲੁੱਟਿਆ, ਮੁਲਕਾਂ ਦੇ ਮੁਲਕ ਲੁੱਟਦੇ ਪਏ ਨੇ। ਜੇ ਸੰਤੋਖ ਹੋ ਜਾਏ ਤੇ ਆਪਣਾ ਰਾਜ ਪ੍ਰਬੰਧ ਜਿੰਨਾ ਕੁ ਹੈ ਭਾਈ ਉਹਨੇ ਸੁਰੱਖਿਅਤ ਕਰਕੇ ਆਪਣੀ ਪ੍ਰਜਾ ਨੂੰ ਸੁੱਖ ਦਿਓ। ਜੇ ਕਰਤੇ ਰਾਜ ਕਰਦੇ, ਕਿਉਂਕਿ ਰਾਜੇ ਚੁਲੀ ਨਿਆਮ ਕੀਤੇ ਹੈ। ਪਰ ਇਹਨਾਂ ਦੇ ਇੱਥੋਂ ਨਿਆਂ ਛੁੱਟ ਜਾਂਦਾ ਹੈ ਤੇ ਲੋਕਾਂ ਦੇ ਘਰ ਉਜਾੜਦੇ ਫਿਰਦੇ ਨੇ। ਜਿਨ੍ਹਾਂ ਦੇ ਕੋਲ ਭੁੱਖ ਨਾ ਹੋਵੇ ਤੇ ਦੇਸ਼ਾਂ ਦੇ ਦੇਸ਼ ਇੱਕ ਦੂਜੇ ਤੇ ਹਮਲੇ ਕਿਉਂ ਕਰਦੇ ਪਏ ਨੇ? ਸਦੀਆਂ ਤੋਂ ਲੁਟੇਰੇ ਕਿਉਂ ਲੁੱਟਦੇ ਪਏ ਨੇ? ਸ਼ਾਇਦ ਕਈ 100 ਸਾਲ ਸਾਡਾ ਪੰਜਾਬ ਮੁਲਕ ਲੁੱਟੀਂਦਾ ਰਿਹਾ, ਔਰ ਕਿਉਂਕਿ ਭੁੱਖੇ ਲੋਕ ਆਉਂਦੇ ਲੁੱਟਦੇ ਰਹੇ ਨੇ। ਪਰ ਚੇਤਨਾ ਉਹਨਾਂ ਦੇ ਸ਼ਾਇਦ ਮੜੀਆਂ ਤੇ ਕੋਈ ਦੀਵਾ ਵੀ ਨਹੀਂ ਬਲਦਾ, ਪਰ ਸਾਡਾ ਗੁਰੂ ਕਾ ਦੇਸ਼ ਪੰਜਾਬ ਫਿਰ ਆਬਾਦ ਹੈ, ਫਿਰ ਦੀਵੇ ਜਗਦੇ ਨੇ। ਮਹਾਰਾਜ ਕਹਿਣ ਲੱਗੇ ਦੁੱਖ ਲੱਗਾ ਹੈ, ਘਰ ਘਰ ਫਿਰ। ਇਸ ਤਰ੍ਹਾਂ ਚੇਤਾ ਰੱਖੀਏ ਭਾਈ, ਤ੍ਰਿਪਤ ਇੱਕ ਐਸੀ ਅਵਸਥਾ ਹੈ, ਤ੍ਰਿਪਤੀ, ਜੋ ਦੁੱਖ ਨੂੰ ਮਿਟਾ ਦਿੰਦੀ ਹੈ। ਦੁੱਖ ਲੱਗਾ ਹੈ, ਘਰ ਘਰ ਫਿਰ ਹੈ। ਇੱਥੇ ਦੇਸ਼ ਪ੍ਰਦੇਸ਼ ਘਰ ਘਰ ਭਟਕਦੇ ਫਿਰਦੇ ਨੇ। ਅੱਗਾ ਚਲੋ ਇੱਥੇ ਤੇ ਤਲਵਾਰ ਦੇ ਜ਼ੋਰ ਨਾਲ ਜਿਹੜੇ ਘਰ ਵੜਦੇ ਲੁੱਟ ਲੈਂਦੇ ਨੇ, ਫਿਰ ਅੱਗੇ ਤੇ ਤਲਵਾਰ ਦਾ ਜ਼ੋਰ ਨਹੀਂ ਚੱਲਦਾ ਨਾ। ਅੱਗੇ ਦੂਣੀ ਮਿਲੇ ਸਜਾਏ। ਅੱਗੇ ਕਈ ਸਿਆਣੇ ਕਹਿੰਦੇ ਨੇ ਕਿ ਜਿਵੇਂ ਇੱਥੇ ਕੋਈ ਜੀ ਤਾਕਤ ਦੇ ਜ਼ੋਰ ਨਾਲ ਲੋਕਾਂ ਨੂੰ ਕਤਲੋ ਗਾਰਤਾਂ ਕਰਦਾ ਗਿਆ, ਤੇ ਭਾਈ ਕੋਈ ਗੱਲ ਨਹੀਂ, ਤੂੰ ਇੱਥੇ ਲੋਕਾਂ ਨੂੰ ਕਲਪਾਇਆ, ਲੋਕਾਂ ਨੂੰ ਬਾਲ ਬੱਚੇ ਮਾਰੇ, ਸਤਾਏ, ਅੱਗੇ ਤੈਨੂੰ ਦੁੱਗਣਾ ਭੁਗਤਣਾ ਪਏਗਾ। ਦੁੱਗਣੀਆਂ ਸਜ਼ਾਵਾਂਗੇ ਤੇਰੇ ਲਈ ਬੈਠੀਆਂ ਨੇ। ਆ ਪਿਛਲੇ ਬਚਨਾਂ 'ਚ ਆਪਾਂ ਮੜੇ ਹੈ, ਉੱਥੇ ਜਮਨ ਜੰਦਾਰ, ਮੰਦ ਗੁਬਾਰ ਹੈ, ਮਾਰ ਪੈਂਦੀ ਹੈ, ਫਿਰ ਸਜ਼ਾਵਾਂ ਭੁਗਤਣੇ ਪੈਂਦੀਆਂ ਨੇ। ਬੜਾ ਪਿਆਰੇ ਪਿਆਰੇ ਗਹਿਰੇ ਬਚਨ ਕਿਤੇ ਪੜ੍ਹ ਸਕੀਏ। ਫਿਰ ਉੱਥੇ ਲੇਖਾ ਕਰਦੇ ਨੇ, ਬਿਠਾ ਕੇ ਬਹਿ ਲੇਖਾ ਕਰ ਸਮਝਾਇਆ। ਫਿਰ ਉੱਥੇ ਮੂੰਹ ਕਾਲੇ ਕਰਕੇ ਅਗਾਂਹ ਤੋਰ ਦਿੰਦੇ ਨੇ। ਫਿਰ ਕਹਿੰਦੇ ਤਿਲ ਲੇਖਾ ਲੀਜੈ ਤਿਲ ਜਿਉਂ ਪੀੜੀ। ਇੱਥੇ ਤੇ ਤੂੰ ਤਲਵਾਰ ਦੇ ਜ਼ੋਰ ਨਾਲ, ਆਪਣੇ ਹੁਕਮ ਦੇ ਜ਼ੋਰ ਨਾਲ ਲੋਕਾਂ ਨੂੰ ਨਪੀੜਦਾ ਹੈ, ਲੋਕਾਂ ਦੇ ਘਾਣ ਬੱਚੇ ਪੀੜਦਾ ਹੈ, ਲੋਕਾਂ ਨੂੰ ਸਤਾਉਂਦਾ, ਪਰ ਅੱਗੇ ਤੈਨੂੰ ਤਿਲਾਂ ਵਾਂਗ ਪੀੜ ਦਿੱਤਾ ਜੋ ਨਾ ਕਰ ਲਏ ਲੇਖਾ ਦਰ ਲਏ ਲੇਖਾ ਪੀੜ ਸੁੱਟਾ ਨਾਨਕਾ ਜਿਉਂ ਤੇਲ। ਇੱਦਾਂ ਕਰਤਾ ਅੱਗੇ ਦੂਣੀ ਮਿਲੇ ਸਜਾਏ। ਅੱਗੇ ਫਿਰ ਦੂਣੀਆਂ ਸਜਾਵਾਂ ਪ੍ਰਾਪਤ ਹੁੰਦੀਆਂ ਨੇ ਤ੍ਰਿਸ਼ਨਾਲੂ ਵਿਅਕਤੀਆਂ ਲਈ। ਜਿਹੜੇ ਵਿਅਕਤੀ ਇੱਥੇ ਤਮਾਮ ਪ੍ਰਕਾਰ ਦੇ ਲਿਬਾਸ ਤੇ ਪਾ ਲੈਂਦੇ ਨੇ, ਧਰਮ ਦਾ ਨਾਮ ਲੈ ਲੈਂਦੇ ਨੇ ਤੇ ਧਰਮ ਦੇ ਨਾਂ 'ਤੇ ਲੁੱਟ ਮਚਾ ਲੈਂਦੇ ਨੇ, ਜਿੱਥੇ ਘਰ ਘਰ ਫਿਰਦੇ ਨੇ, ਭਟਕਦੇ ਨੇ, ਦੁਖੀ ਹੁੰਦੇ ਨੇ, ਦਰਗਾਹੀ ਮੰਡਲਾਂ 'ਚ ਫਿਰ ਉਹਨਾਂ ਨੂੰ ਦੁੱਗਣੀਆਂ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਨੇ, ਉੱਥੇ ਮਾਰ ਪੈਂਦੀਆਂ ਨੇ। ਔਰ ਉੱਥੋਂ ਦੇ ਮੰਡਲਾਂ 'ਚ ਸਜ਼ਾਵਾਂ ਅਸੀਂ ਗੁਰਬਾਣੀ ਵਿੱਚ ਬਹੁਤ ਵਾਰ ਪੜ੍ਹੀਆਂ ਨੇ। ਮਹਾਰਾਜ ਹੋਰ ਕੀ ਹੁੰਦਾ ਹੈ? ਅੰਦਰ ਸਹਿਜ ਨਾ ਆਇਓ। ਐਸੇ ਵਿਅਕਤੀਆਂ ਦੇ ਅੰਦਰ ਸਹਿਜ ਨਹੀਂ ਹੁੰਦਾ, ਭਾਵੇਂ ਉਹਨਾਂ ਨੇ ਧਰਮ ਦੇ ਨਾਂ 'ਤੇ ਕਈ ਕੁਛ ਪਾਇਆ ਹੋਵੇ। ਅਸੀਂ ਇੱਕ ਪਾਵਨ ਬਾਣੀ 'ਚ ਬੜਾ ਪਿਆਰਾ ਜਿਹਾ ਦਰਸ਼ਨ ਪੜ੍ਹਿਆ। ਵਿਅਕਤੀ ਕਿਸੇ ਨੇ ਧਰਮ ਦਾ ਲਿਬਾਸ ਪਾ ਲਿਆ। ਦੋ ਦਰਸ਼ਨ ਗੁਰਬਾਣੀ 'ਚ ਐਸੇ ਸਾਨੂੰ ਮਿਲਦੇ ਨੇ। ਅਚਲ ਬਟਲ ਦੀ ਗਾਥਾਵਾਂ ਦਾ ਜ਼ਿਕਰ, ਉਹਨਾਂ ਸਾਖੀਆਂ ਦੇ ਵਿੱਚ ਇੱਕ ਨਿੱਕਾ ਜਿਹਾ ਇਹੋ ਜਿਹੇ ਲੋਕਾਂ ਦਾ ਦਰਸ਼ਨ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਕਰਾਇਆ। ਮਹਾਰਾਜ ਬੈਠੇ ਨੇ, ਸੰਗਤਾਂ ਮਹਾਰਾਜ ਕੋ ਆ ਰਹੀਆਂ ਨੇ, ਪਿਆਰੇ ਦਰਸ਼ਨ ਪਰਸ਼ਨ ਕਰਕੇ ਆਤਮ ਰਸ ਲੈ ਰਹੇ ਨੇ। ਮੇਲਾ ਵੱਡਾ ਲੱਗਾ ਹੋਇਆ। ਇੱਕ ਪਾਸੇ ਜੋਗੀ ਆਪੋ ਆਪਣਾ ਲੈ ਕੇ ਡੇਰਾ ਡੰਡਾ ਬੈਠੇ ਨੇ ਭਾਈ, ਉਹ ਆਪਣੀ ਪੂਜਾ ਪ੍ਰਤਿਸ਼ਠਾ ਕਰਵਾ ਰਹੇ ਨੇ। ਉਸ ਮੇਲੇ ਦੇ ਵਿੱਚ ਜਿੱਥੇ ਕੋਈ ਜੋਗੀ ਬੈਠਾ ਹੈ, ਗੁਰੂ ਨਾਨਕ ਵੀ ਬੈਠੇ ਸਾਹਿਬ ਨੇ, ਉੱਥੇ ਕੋਈ ਭਗਤੀਏ ਲੋਕ ਜਿਹੜੇ ਰਾਸ ਧਾਰੀਏ, ਉਹ ਵਿਚਾਰੇ ਨੱਚ ਟੱਪ ਕੇ ਅਵਤਾਰਾਂ ਦਾ ਰੂਪ ਰੰਗ ਬਣਾ ਕੇ, ਜਿਵੇਂ ਅੱਜ ਵੀ ਬਾਜ਼ਾਰ 'ਚ ਕਦੇ ਕਦੇ ਬਹਰੂਪੀਏ ਮਿਲ ਜਾਂਦੇ ਨੇ, ਉਹ ਅਵਤਾਰਾਂ ਦਾ ਰੂਪ ਬਣਾਉਂਦੇ, ਰਾਸਾਂ ਪਾਉਂਦੇ, ਨੱਚਦੇ ਟੱਪਦੇ, ਦੇਖਣ ਨੂੰ ਤੇ ਭਗਤੀ ਕਰਦੇ ਨੇ। ਉਹਨਾਂ ਰੁਪਿਆਂ ਦਾ ਇੱਕ ਪਾਸੇ
एक लोटा रखिया, लोग खुश होंदे, जो रुपया सिक्क ढेली सिक्का पा जाते ने। हुण लालच सब दे अंदर है ना, क्योंकि अंदर तो भुख उत्थे खड़ी है। वो नच टप रहे ने, अपने भगती अपने तरीके नाल नास पा रहे ने, भगती करते पे ने अपने वलों, पर जोगियां दे अंदर लालच दूजे पासे दा वध गया। उन्हां चुपके जे हौली जे चुप अच्छो पल्ले वो लोटा जिस पैसे पै रहे सन, वेख्या हुण वाह भर चलिया, लोटा ही छुपा लिया। तो भगतियां ने रास धारीए सन, उन्हें वेख्या भी जिस लोटे 'च साडे पैसे पए सन, वो किसी लोटा ही गवालता। लोटा तो उन्होंने भगती नाच गाना जो अवतारां दे नां ते कर सी भुल गए। भगतियां गई भगत भुल, सब कुछ भुल गया। पता क्यों? दोनों धिरां दे अंदर सहज नहीं है। धर्म के नां ते दिखावे आडंबर ने, अंदर सहज पहचान की करी। कहन लगे धर्मी की पहचान सहज है, धर्मियों की पहचान दिखावे लिबास नहीं है। आ जिन्ने प्रकार के भेख ने, भेख नूं हिंदी च आपां पेश कहने आ, जितों प्रकार के तमाम प्रकार के लिबास उर्दू वाले लिबास कहते ने। असी जिन्ने प्रकार के धर्म के नां दे लिबास पा के लोगों नूं धार्मिक होने का दावा करते देखते हैं, ये उन्हां दी धार्मिक पहचान नहीं है। पहचान की है धर्मी की? महाराज कहने लगे सहज। जिस भी मनुख के अंदर सहज है, समझ लेना वो अपने गुरु का सिख है। अंदर सहज ना आयो, बाहरों कपड़े पाउण दे नाल की कोई अंदरों सहज प्राप्त कर सकता है? तो जवाब मिलता नहीं। जिवें असीं अज दे संदर्भां समझना होवे, असीं कहने कि विद्वान व्यक्तियों के कोल पढ़ जिहड़े बच्चे पढ़ा के कालजां च आउंदे ने, उन्हां कोल डिग्रियां हुंदियां, बड़ी जानकारी हुंदी है। भाई ठीक है, हुण किसी को कागज़ दीयां डिग्रियां तो बड़ियां होवण, पर विद्या पल्ले ना होवे तो की विद्वान कहोगे उसनूं? डिग्रियां तो बाजार चों नकली भी बनाईयां जा सकदियां ने, और बाजार भरिया पिया ऐसे लोगों के नाल जो डिग्रियां बना बना के बेच रहे हैं। पर की इहो जिहे व्यक्ति नूं असीं कहांगे कि जाणकार है? नहीं, इहो जिहे व्यक्ति जाणकार नहीं है। इस तरह धर्म के नाम पर भी असीं बहुत कुछ कर रहे। साडे आले दुआले तां डिग्रियां मिलदियां ने, 2-4 महीने उन्हां दे कोल जा के बैठ के आओ, वो तुहानूं ब्रह्म ज्ञानी की डिग्री दे देणगे, कागज़ से लिख के दे देणगे, लो जी फलाना सिंह ब्रह्म ज्ञानी। कि ब्रह्म ज्ञानी हो जावांगे असीं? वो तो लिख के दे देंगे फलाना सिंह संत है, ये ब्रह्म ज्ञानी है, गुरमुख है, शायद हो आने वाले समय चो लिख के निरंकार भी दे देन भी लै हुण असीं तरक्की कर ली जी। 2-4 साल बाद कहणगे लोग जी आ रब असीं निरंकार की डिग्री देने, इनू हो जाएगा। बाजार जो होया, खरीदया जाएगा, बेचिया जाएगा। पर पहचान ये नहीं कि पहचान है शांति, सहज, आनंद। धर्मी व्यक्ति की पहचान आनंद है, धर्मी व्यक्ति की पहचान सहज है, धर्मी व्यक्ति की पहचान शांति है, टिकाव है, रस है। धर्मी गुरु नानक दे प्यारे ने, टिके हुए ने। धर्मी गुरु नानक दे सिख ने, बहुत धर्मी ने। प्रहलाद इसे करके गुरु नानक जी गुरमुख कहते हैं, धर्मी जो है। वशिष्ठ नूं गुरु नानक जी ने गुरमुख किया, धर्मी जो है। जनक नूं गुरु नानक जी ने गुरमुख किया, धर्मी जो होए, टिके हुए ने, आनंद विच ने अपने। ਇਹੋ ਜਿਹੇ व्यक्ति जो धर्म के नाम पर लिबास पा के अपने आप को धर्मी कह रहे हैं, गुरु नानक कहने के अंदर सहज ना आयो, सहजे ही ले खाए। किते सहज ना प्राप्त कर दे। एकदम धर्मियों का मतलब ये थोड़ा कोई खाते पीते नहीं, नहीं धर्मी प्राप्तियां करते हैं, क्योंकि धर्मियों के परिवार ने, जरूरत उन्होंने भी ने। गुरु नानक साहब का परिवार नहीं, गुरु नानक साहब परिवार भी तो जरूरत है ना। गुरु नानक साहब अपने बच्चे ने, माता पिता ने, परिवार है, भैन भरा ने, सब जरूरतां पूरियां करनियां ने। पर धर्मी की निशानी ये है कि लुटमार नहीं करता, वो पराया हक नहीं चुकता, अपनी कीती कमाई चों ही अपने परिवार की प्रतिपालना करता है। तो बल्कि प्रतिपालना करद्या करद्या उहदे विचों दूजे का पेट भी भरता है, जो गुरु नानक जी का वचन वंड खाना है। अंदर सहज ना आयो, सहजे ही ले खाए। किते सहजे लैके खांदा। दूजी गल महाराज फिर किदां प्राप्ति, सानू समझ की हो रहा है? कहने कि सुना फिर भेखियां दा, जिहड़े इहो जिहे धर्म के नाम ते धक्का करते हैं। अज भी संसार के बाजार च असीं वेखिआ धर्म के नाम पर लोग धक्का करते हैं। आ वेखिआ होना हुण थोड़ा जिहा, हालांकि अवेयरनेस होण करके
ਹੁਣ ਥੋੜ੍ਹੇ ਜਿਹੇ ਲੋਕ ਚੇਤਨ ਹੋਏ ਨੇ, ਨਹੀਂ ਤੇ ਅੱਜ ਤੋਂ 10-20 ਸਾਲ ਪਹਿਲਾਂ ਕਿਵੇਂ ਕਰਨਾ, ਲੋਕ ਉਗਰਾਹੀਆਂ ਲੈਣ ਜਾਂਦੇ ਸੀ, ਧਰਮ ਦੇ ਨਾਂ 'ਤੇ ਧੱਕਾ ਕਰਦੇ ਹੁੰਦੇ ਸੀ। ਅਗਲੇ ਦੇ ਘਰ ਜਾ ਕੇ ਬਹਿ ਜਾਣਾ, ਨਹੀਂ ਜੀ ਇਤਨੇ ਦਿਓ। ਹੁਣ ਵਿਚਾਰਾ ਕਿੱਥੋਂ ਲਿਆ, ਸ਼ਰਮੀ ਦੇਣੇ ਪੈਂਦੇ, ਕਈ ਕਰਜ਼ਾ ਚੁੱਕ ਕੇ ਦਿੰਦੇ। ਕਈ ਵਾਰ ਅਸੀਂ ਫਸਲਾਂ 'ਤੇ ਉਗਰਾਹੀਆਂ ਕਰਦੇ ਵੇਖੇ, ਅਗਲੇ ਦੇ ਪਿੜਾਂ 'ਚ ਜਾ ਕੇ ਬਹਿ ਜਾਣਾ, ਨਹੀਂ ਜੀ ਇਹ ਬੋਰੀਆਂ ਭਰ ਕੇ ਦਿਓ। ਹੁਣ ਅਗਲੇ ਨੂੰ ਘਰ ਦੇ ਪਰਿਵਾਰ ਦੇ ਖਰਚੇ ਨੇ, ਕਰਜ਼ੇ ਨੇ, ਦੁਨੀਆ ਭਰ ਦੇ। ਉਸਨੇ ਪਿਛਲੇ 6 ਮਹੀਨਿਆਂ ਤੋਂ ਕੰਮ ਕਰਦਾ ਪਿਆ, ਅਗਲੇ 6 ਮਹੀਨੇ ਉਹਨੇ 'ਚੋਂ ਖਾਣਾ ਹੈ। ਪਰ ਨਹੀਂ, ਧਰਮ ਦੇ ਨਾਂ 'ਤੇ ਪਾਏ ਹੋਏ ਕੱਪੜੇ ਲੋਕ ਬਹਿ ਜਾਂਦੇ, ਨਹੀਂ ਸਾਨੂੰ ਤਾਂ 4-5 ਬੋਰੀਆਂ ਭਰ ਕੇ ਦੇ ਨਾ। ਅਸੀਂ ਵੇਖਿਆ ਉਗਰਾਹੀਆਂ ਕਰਦੇ ਲੋਕਾਂ ਨੂੰ ਹੱਟੀ 'ਤੇ ਜਾ ਕੇ ਬਹਿ ਜਾਣਾ, ਨਹੀਂ ਸਾਨੂੰ ਤਾਂ ਇੰਨੇ ਦੇ ਨਾ। ਉਹ ਭਾਈ ਪਿਛਲੇ ਵਰੇ ਉਹਨੇ ਚੰਗੇ ਕਮਾਈ ਸੀ, ਦੇ ਦਿੱਤੇ, ਪਰ ਨਹੀਂ ਤੂੰ ਪਿਛਲੇ ਵਰੇ ਇੰਨੀ ਉਗਰਾਹੀ ਦਿੱਤੀ ਸੀ, ਇਸ ਵਾਰੀ ਵੀ ਦੇ। ਲੋਕ ਧੱਕਾ ਕਰਦੇ ਨੇ, ਧਰਮ ਦੇ ਨਾਂ 'ਤੇ ਧੱਕੇ ਕਰਦੇ ਨੇ। ਮਹਾਰਾਜ ਕਹਿਣ ਲੱਗੇ, ਮਨ ਹੱਠ ਜਿਸ ਤੇ ਮੰਗਣਾ, ਮਨ ਦਾ ਹੱਠ ਕਰਕੇ, ਜਿੱਦ ਕਰਕੇ ਜੇ ਕਿਸੇ ਤੋਂ ਮੰਗਦੇ ਹੋ, ਕੋਈ ਵੀ ਮੰਗਦਾ ਕਿਸੇ ਰੂਪ ਦਾ ਵੀ, ਕਿਸੇ ਧਰਮ ਦਾ ਵੀ, ਲੈਣਾ ਲੈ ਤੇ ਲੈਂਦੇ ਹੋ, ਕਿਉਂਕਿ ਧਰਮ ਦਾ ਨਾਂ ਹੈ। ਤੇ ਅਗਲਾ ਵਿਚਾਰਾ ਧਰਮ ਦੇ ਨਾਂ 'ਤੇ ਝੁਕ ਜਾਂਦਾ, ਧਰਮ ਦੇ ਨਾਂ 'ਤੇ ਵਿਚਾਰਾ ਔਖਾ ਹੋ ਕੇ ਮਜਬੂਰ ਹੋ ਕੇ ਦੇ ਦਿੰਦਾ। ਪਰ ਲੈਣਾ ਦੁੱਖ ਮਨਾਏ, ਅਗਲੇ ਨੂੰ ਦੁਖੀ ਕਰਕੇ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪਿਆਰੇ ਦੇ ਦਰਸ਼ਨ ਨੂੰ ਹੌਲੀ ਹੌਲੀ ਸਮਝ ਆਉਂਦੀ ਹੈ। ਤੇ ਪਾਤਸ਼ਾਹ ਦਸ਼ਮੇਸ਼ ਜੀ ਤੱਕ ਪਹੁੰਚਦਿਆਂ 250 ਸਾਲ 'ਚ ਅਸਾਂ ਵੇਖਿਆ ਨਾ, ਗੁਰੂ ਪਾਤਸ਼ਾਹ ਸਾਹਿਬ ਜੀ ਨੇ ਇਹਨਾਂ ਚੀਜ਼ਾਂ 'ਚ ਬਹੁਤ ਬਦਲਾਵ ਕੀਤੇ। ਪਹਿਲਾਂ ਚੌਥੇ ਪਾਤਸ਼ਾਹ ਦੇ ਵੇਲੇ ਮਸੰਦ ਪ੍ਰਥਾ ਆਰੰਭ ਕੀਤੀ, ਅਸਾਂ ਸਾਰਿਆਂ ਨੂੰ ਪਤਾ ਹੈ ਕਿ ਤੀਸਰੇ ਚੌਥੇ ਪਾਤਸ਼ਾਹ ਦੇ ਵੇਲੇ ਹੀ ਇਹ ਮਸੰਦ ਪ੍ਰਥਾ ਸਥਾਪਿਤ ਹੋਈ। ਤੇ ਪਾਤਸ਼ਾਹ ਦਸ਼ਮੇਸ਼ ਸਾਹਿਬ ਜੀ ਦੇ ਵੇਲੇ ਇਸ ਮਸੰਦ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ। ਪਤਾ ਕਿਉਂ? ਇਹਨਾਂ ਦੀ ਡਿਊਟੀ ਲੱਗੀ ਸੀ, ਸੇਵਾ ਲੱਗੀ ਸੀ ਕਿ ਭਾਈ ਤੁਸਾਂ ਨੇ ਧਰਮ ਦੇ ਨਾਂ 'ਤੇ ਧਰਮੀਆਂ ਦੇ ਕੋਲੋਂ ਉਗਰਾਹੀ ਕਰਕੇ ਗੁਰੂ ਘਰ ਦੇ ਵੱਡੇ ਵੱਡੇ ਕਾਰਜਾਂ ਵਾਸਤੇ ਪਿਆਰਿਆਂ ਦੀ ਦਸਵਾਂ ਦੀ ਭੇਟਾ ਲੈ ਕੇ ਆਉਣਾ। ਬੜਾ ਪਵਿੱਤਰ ਨਿਰਮਲ ਕੰਮ ਹੈ ਵੀ ਅਗਲਾ ਨਹੀਂ ਚੱਲ ਕੇ ਆ ਸਕਦਾ, ਤੁਸੀਂ ਹਰਕਾਰੇ ਬਣਨਾ ਹੈ। ਬਸ ਅਗਲਾ ਭੇਟ ਦਿੰਦਾ, ਤੁਸਾਂ ਭੇਟ ਲਿਆ ਕੇ ਗੁਰੂ ਘਰ ਲਿਆ ਕੇ ਪਹੁੰਚਣੇ। ਕੰਮ ਤੇ ਤੁਹਾਡਾ ਇੰਨਾ ਕੁ ਹੈ। ਪਰ ਹੌਲੀ ਹੌਲੀ ਵਿਗਾੜ ਪੈ ਗਿਆ। ਵੇਖਿਆ ਕਿਤੇ ਦਸ਼ਮੇਸ਼ ਪਾਤਸ਼ਾਹ ਸਾਹਿਬ ਦੀਆਂ ਗਾਥਾਵਾਂ ਨੂੰ ਪੜ੍ਹ ਕੇ ਦੇਖਣਾ, ਉਹਨਾਂ ਇੱਕ ਮਸਖਰਿਆਂ ਨੂੰ ਜਦ ਇਹਨੂੰ ਭੱਟ ਕਹਿ ਦੇਣੇ, ਮਸਖਰੇ ਕਹਿ ਦੇਣੇ ਆ, ਰੂਪ ਬਣਾ ਕੇ ਨਕਲਾਂ ਦਿਖਾਉਂਦੇ ਨੇ। ਨਕਲੀਆਂ ਨੇ ਇੱਕ ਮਸੰਦ ਦੀ ਨਕਲ ਲਾ ਕੇ ਦਿਖਾਈ ਸੀ ਨਾ ਦਸ਼ਮੇਸ਼ ਦੀ ਹਜ਼ੂਰ, ਕਿ ਇੱਕ ਗਰੀਬੜਾ ਦਾ ਗੁਰਸਿੱਖ ਪਰਿਵਾਰ ਹੈ, ਇੱਕ ਮਸੰਦ ਉਹਦੇ ਘਰ ਜਾ ਬੈਠਾ ਹੈ। ਉਹਨੇ ਵਿਚਾਰ ਨੇ ਮੰਜਾ ਢਾ ਦਿੱਤਾ, ਲੈ ਗੁਰੂ ਕੇ ਮੰਜੇ 'ਤੇ ਬੈਠਣਗੇ, ਇੱਥੇ ਨਵਾਂ ਖੇਸ ਵਿਛਾ। ਉਹ ਵਿਚਾਰੇ ਕੋਲ ਨਵਾਂ ਖੇਸ ਨਹੀਂ ਤੇ ਕਿੱਥੋਂ ਲਿਆ ਕੇ ਵਿਛਾਵੇ? ਵਿੱਚ ਔਖੇ ਸੁਖਾਲਿਆਂ ਨਾਲ ਲਿਆ ਕੇ ਖੇਸੀ ਵਿਛਾ ਦਿੱਤੀ। ਹੁਣ ਭੋਜਨ ਪ੍ਰਸ਼ਾਦ, ਉਹਨਾਂ ਦਾਲ ਚਾਵਲ ਜੋ ਹਲਕਾ ਫੁਲਕਾ ਭੋਜਨ ਸੀ, ਬੜਾ ਤਲ ਅਸੀਂ ਇਹ ਥੋੜ੍ਹਾ ਖਾਣੇ, ਅਸੀਂ ਤੇ ਮਹਿੰਗੇ ਮਹਿੰਗੇ ਨਾ ਖੀਰ ਪੂਰੀਆਂ ਲੁੱਚੇ ਤੇ ਪਤਾ ਨਹੀਂ ਕੀ ਕੁਝ ਨਾ ਦੱਸ ਦਿੱਤੇ। ਉਹ ਵਿਚਾਰਾ ਭੋਜਨ ਕਿੱਥੋਂ ਲਿਆਵੇ? ਕਹਿੰਦੇ ਨੇ ਉਹਨਾਂ ਨਕਲ ਉਤਾਰ ਕੇ ਦਿਖਾਈ। ਉਹਨੇ ਔਖੇ ਸੌਖੇ ਗਹਿਣੇ ਗੁਣੇ ਧਰ ਕੇ ਮਹਿੰਗਾ ਖਾਣਾ, ਵਧੀਆ ਖਾਣਾ ਬਣਾ ਕੇ ਤਿਆਰ ਕਰਕੇ ਦਿੱਤਾ। ਜਦੋਂ ਮਹਿੰਗਾ ਖਾਣਾ ਤਿਆਰ ਕਰਤਾ, ਤੁਰਨ ਲੱਗੇ, ਕਹਿੰਦੇ ਕਿ ਲਿਆ ਗੁਰੂ ਕਾ ਦਸਵੰਧ ਵੀ ਦੇ। ਹੁਣ ਉਹ ਜੋ ਘਰ ਹੈ ਸੀ ਉਹ ਤੁਹਾਡੇ ਖਾਣੇ 'ਤੇ ਲਾ ਬੈਠਾ, ਉਹ ਤੋਂ ਕਹਿੰਦੇ ਦਸਵੰਧ ਦੇ। ਉਹਨੇ ਸ਼ਾਹੂਕਾਰ ਤੋਂ ਕੁਝ ਫੜ ਕੇ ਵਿਚਾਰ ਨੇ ਦਸਵੰਧ ਦੇ ਨਾਂ 'ਤੇ ਗੁਰੂ ਨੂੰ ਰਕਮ ਦਿੱਤੀ। ਤੁਰ ਲੱਗੇ, ਕਹਿ ਹੁਣ ਗੁਰੂ ਨੂੰ ਤਾਂ ਦੇਤਾ, ਸਾਨੂੰ ਕੀ ਦੇਂਗਾ? ਸਾਨੂੰ ਵੀ ਟਕਾ ਦੇ। ਹੁਣ ਟਕਾ ਤੁਰਦਿਆਂ ਸੇਵਾਦਾਰ ਨੂੰ ਵੀ ਦੇ, ਤੁਰਦਿਆਂ ਨਵਾਂ ਖੇਸ ਉਹ ਵੀ ਮੋਢੇ 'ਤੇ ਧਰ ਲਿਆ। ਦਸ਼ਮੇਸ਼ ਪਾਤਸ਼ਾਹ ਸਾਹਿਬ ਜੀ ਵੇਖ ਕੇ, ਅਸੀਂ ਸ਼ਬਦ ਵਰਤ ਲਈ ਨਹੀਂ ਹੁੰਦੇ ਕਦੇ ਕਦੇ ਸਮਝਾਉਣ ਵਾਸਤੇ, ਮਹਾਰਾਜ ਨੇ ਰੰਜ ਕੀਤਾ। ਐਸਾ ਵੀ ਕਰਦੇ ਹੋ ਮੇਰੇ ਪਿਆਰੇ ਗੁਰਸਿੱਖਾਂ ਦੇ ਨਾਲ, ਤੁਸੀਂ ਐਸਾ ਵੀ ਕਰਦੇ ਹੋ? ਨਕਲੀਆਂ ਨੇ ਇੱਕ ਢੰਗ ਵਰਤ ਕੇ ਮਹਾਰਾਜ ਕੋ ਨਕਲ ਕਰਕੇ ਦਿਖਾਈ। ਮਹਾਰਾਜ ਨੇ ਫਿਰ ਉਸੇ ਦਿਨ, ਅੱਜ ਕੱਲ੍ਹ ਸ਼ਬਦ ਐਲਾਨ ਹੈ, ਐਲਾਨਨਾਮਾ ਕਰਤਾ ਕਿ ਕੋਈ ਮਸੰਦੀ ਨੂੰ ਮੂੰਹ ਨਾ ਲਾਏ, ਮੱਥੇ ਨਾ ਲੱਗੇ ਇਹਨਾਂ ਦੇ, ਕੋਈ ਟਕਾ ਰੁਪਇਆ ਭੇਟ ਕਿਸੇ ਪ੍ਰਕਾਰ ਦੀ ਕੋਈ ਨਾ ਦੇਵੇ। ਜਦੋਂ ਕਿਤੇ ਸਬਬ ਬਣੇ ਆਪੇ ਆ ਕੇ ਜਮ੍ਹਾਂ ਕਰ ਜਾਓ। ਇਹ ਸਾਡੇ ਘਰ ਹਰ ਥਾਂ 'ਤੇ ਹੁੰਦਾ ਰਿਹਾ ਹੈ। ਪਰ ਧੰਨ ਨੇ ਸਾਡੇ ਸਤਿਗੁਰੂ ਜੀ ਨੇ ਸਮੇਂ ਇਲਾਜ ਕੀਤੇ, ਸਾਨੂੰ ਸ਼ੁੱਧਤਾ ਦਿੱਤੀ। ਇਸੇ ਕਰਕੇ ਅੱਜ ਜੋ ਖਾਲਸਾਈ ਸਰੂਪ ਹੈ, ਸਿੱਧਾ ਗੁਰੂ ਦੇ ਨਾਲ ਸੰਬੰਧ ਹੈ। ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਅਗਰ ਕੋਈ ਮਨ ਹੱਠ ਕਰਕੇ ਲੈਂਦਾ ਹੈ, ਤੇ ਲੈਣ ਵਾਲਾ ਤੇ ਆਪਣਾ ਮਨ ਹੱਠ ਕਰਦਾ ਹੈ, ਤੇ ਜੋ ਦੇ ਰਿਹਾ ਭਾਵੇਂ ਧਰਮ ਦੇ ਨਾਂ 'ਤੇ ਦੇ ਰਿਹਾ, ਭਾਵੇਂ ਗੁਰੂ ਦੇ ਨਾਂ 'ਤੇ ਦੇ ਰਿਹਾ,
पर औखा होके दे रहा बेचारा, दुखी होके दे रहा। मन हठ जिसते मंगना, जिस कोलों मन दे हठ करके इस तरह मंगिया जाता, लैना दुख मनाए, लैना तो है पर दुख करके, दुखी करके लेंदे हो। फिर तीसरे पातशाह अपने वालों कहते, भलिओ तुसीं करदे की हो। इस इन्हां शब्दां दी उठानकावां च लोग कहंदे ने कि इन्हां जोगियां दे नाल ਜਿਹੜੇ ਧਰਮ ਦੇ ਨਾਂ 'ਤੇ ਗੁਰਾਹੀਆਂ ਕਰਦੇ ਫਿਰਦੇ ਸਨ, ਹੁਣ ਤੱਕ ਵੀ ਸਿੱਧੀ ਵਿਖੇ ਹੈ ਪਿੰਡਾਂ ਵਿੱਚ ਲੋਕ ਤੁਰੇ ਫਿਰਦੇ ਨੇ, ਇੱਥੇ ਡੇਰਾ ਜੀ ਅਸੀਂ ਆਹ ਕਰਦੇ ਹਾਂ ਜੀ, ਉਹ ਕਰਦੇ ਹਾਂ। ਮਹਾਰਾਜ ਕਹਿਣ ਲੱਗੇ, ਭਲਿਓ ਇਸ ਭੇਖੇ ਥਾਵੋਂ ਗਿਰਹੋ ਭਲਾ, ਆਹ ਗ੍ਰਸਤੀ ਬਹੁਤ ਭਲਾ ਜੀ। ਤੁਸੀਂ ਆਪਣੇ ਆਪ ਨੂੰ ਸਾਧੂ ਕਹਿੰਦੇ ਹੋ, ਆਪਣੇ ਆਪ ਨੂੰ ਸੰਤ ਕਹਿੰਦੇ ਹੋਗੇ, ਹੋਰ ਵੀ ਕਈ ਤਪਾ ਤਪੀਸ਼ਰ ਤੁਸਾਂ ਨਾਂ ਰੱਖੇ ਹੋਣਗੇ ਇਸ ਭੇਖ ਦੀ, ਪਰ ਤੁਸਾਂ ਤੇ ਭੇਖ ਨੂੰ ਲਾਜ ਲਾ ਦਿੱਤੀ ਹੈ, ਤੁਸੀਂ ਤੇ ਭੇਖ ਨੂੰ ਬਦਨਾਮ ਕਰ ਦਿੱਤਾ ਹੈ। ਇਸ ਭੇਖੇ ਥਾਵੋਂ, ਇਸ ਭੇਖ ਦੇ ਇਸ ਲਿਬਾਸ ਧਾਰੇ ਧਰਮੀ ਵਿਅਕਤੀ ਤੋਂ ਉਹ ਗ੍ਰਸਤੀ 100 ਗੁਣਾ ਭਲਾ ਹੈ, ਜਿਹਨੇ ਕਿਸੇ ਪ੍ਰਕਾਰ ਦਾ ਕੋਈ ਧਰਮ ਦਾ ਲਿਬਾਸ ਤੇ ਨਹੀਂ ਪਾਇਆ, ਵਿਚਾਰਾ ਮਿਹਨਤ ਮਸ਼ੱਕਤ ਕਿਰਤ ਕਰਦਾ ਹੈ। ਪਤਾ ਕਿਉਂ? ਜਿੱਥੋਂ ਕੋ ਵਰਸਾਏ ਉਹ ਭਲਿਓ, ਉਹ ਆਪਣਾ ਢਿੱਡ ਭਰਦਾ ਹੈ, ਆਪਣੇ ਬਾਲ ਬੱਚੇ ਭਰਦਾ ਹੈ, ਤੁਹਾਡੇ ਵਰਗਿਆਂ ਨੂੰ ਹੀ ਪਾਲਦਾ ਹੈ, ਕਿਸੇ ਨੂੰ ਵਰਸਾਉਂਦਾ ਹੈ। ਵਰਸਾਉਣ ਮਤਲਬ ਕਿਸੇ ਨੂੰ ਰੱਜ ਕੇ ਰੋਟੀ ਖਵਾਉਂਦਾ ਹੈ, ਜੀ ਪਾਲਣਾ ਕਰਦਾ ਹੈ। ਚੇਤਾ ਰੱਖਣਾ, ਆ ਜਿਤਨੇ ਸੰਸਾਰ 'ਚ ਡੇਰੇ ਵਰਤੇ ਜਾ ਰਹੇ ਨੇ, ਭਾਵੇਂ ਆਸ਼ਰਮ ਨੇ, ਭਾਵੇਂ ਡੇਰੇ ਨੇ ਸਾਧੂਆਂ ਸੰਤਾਂ ਦੇ, ਉਹ ਕਿਸੇ ਧਰਮ ਦੇ ਹੋਣ, ਆ ਗ੍ਰਸਤੀਆਂ ਦੇ ਸਿਰ 'ਤੇ ਚੱਲਦੇ ਨੇ। ਇੱਕ ਦਾਰਸ਼ਨਿਕ ਤੇ ਬਹੁਤ ਵੱਡੀ ਭਾਰੀ ਗੱਲ ਕਹੀ, ਕਹਿਣ ਲੱਗੇ ਜਿਤਨੇ ਇਹੋ ਜਿਹੇ ਆਸ਼ਰਮ ਨੇ ਗ੍ਰਸਤੀਆਂ, ਤੇ ਗ੍ਰਸਤੀਆਂ ਵਿੱਚੋਂ ਵੀ ਇਹ ਬੀਬੀਆਂ ਦੇ ਸਿਰ 'ਤੇ ਚੱਲਦੇ ਨੇ, ਕਿਉਂਕਿ ਸ਼ਰਧਾ ਦੇ ਨਾਂ 'ਤੇ ਇਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਸ਼ਰਧਾ ਦੇ ਨਾਂ 'ਤੇ ਇਹਨਾਂ ਦੇ ਧਨ ਕਰਕੇ ਮਨ ਦਾ ਗਲਤ ਫਾਇਦਾ ਉਠਾਇਆ ਜਾਂਦਾ ਹੈ। ਔਰ ਸਦੀਆਂ ਤੋਂ ਅੱਜ ਵੀ ਇੰਨੇ ਪੜ੍ਹੇ ਲਿਖੇ ਸਮਾਜ ਵਿੱਚ ਅਸੀਂ ਗਾਹੇ ਬਗਾਹੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਕਰਮ ਆਪਾਂ ਪੜ੍ਹਦੇ ਸੁਣਦੇ ਰਹਿੰਦੇ ਹਾਂ। ਦੇਖੋ ਜੀ ਫਲਾਣੇ ਥਾਂ ਆਹ ਹੋ ਗਿਆ, ਉਹ ਹੋ ਗਿਆ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹਨਾਂ ਚੱਕਰਾਂ 'ਚੋਂ ਕੱਢਿਆ, ਸਿੱਧਾ ਸਤਸੰਗਤ ਦਿੱਤੀ, ਭਾਈ ਆਓ ਭਜਨ ਬੰਦਗੀ ਆਪੇ ਕਰੋ, ਸੁਣੋ, ਪਰਮਾਤਮਾ ਦਾ ਸ਼ੁਕਰ ਕਰੋ, ਕਿਰਤ ਮਸ਼ੱਕਤ ਕਰੋ ਅਤੇ ਆਪਣੇ ਘਰ ਪਰਿਵਾਰ ਦੀ ਪਾਲਣਾ ਕਰੋ। ਇਸ ਭੇਖੇ ਥਾਵਾਂ ਗਿਰਹੋ ਭਲਾ, ਜਿੱਥੋਂ ਕੋ ਵਰਸਾਏ, ਉਹ ਤੁਹਾਡੇ ਵਰਗੇ ਧਾਰਮਿਕ ਲਿਬਾਸਾਂ ਤੋਂ ਤੇ ਗ੍ਰਸਤੀ 100 ਗੁਣਾ ਚੰਗਾ ਜੇ, ਜਿਹੜਾ ਆਪ ਰੱਜ ਕੇ ਖਾਂਦਾ, ਮਿਹਨਤ ਕਮਾਉਂਦਾ ਅਤੇ ਕਈਆਂ ਦੇ ਢਿੱਡ ਪਲਦਾ, ਕਈਆਂ ਨੂੰ ਵਰਸਾਉਂਦਾ ਜੇ। ਫਿਰ ਸਮਝਾਉਂਦੇ ਪਾਤਸ਼ਾਹ ਕਹਿਣ ਲੱਗੇ, ਸ਼ਬਦ ਰਤੇ ਤਿੰਨਾਂ ਸੋਝੀ ਪਈ। ਹੁਣ ਇਹ ਨਹੀਂ ਕਿ ਸਾਰੇ ਲਿਬਾਸ ਵਾਲਿਆਂ ਨੂੰ ਅਸੀਂ ਮਾੜਾ ਕਹਿ ਦਈਏ, ਤਾਂ ਮਤਲਬ ਇਹ ਵੀ ਨਹੀਂ ਗਾ ਕਿ ਜਿਨ੍ਹਾਂ ਨੇ ਕਿਸੇ ਪ੍ਰਕਾਰ ਦਾ ਅਗਰ ਕੋਈ ਧਾਰਮਿਕ ਲਿਬਾਸ ਪਾਇਆ ਅਤੇ ਸਭ ਨੂੰ ਇੱਕ ਰਸੇ ਵੱਢ ਦਈਏ, ਨਾ ਜੀ, ਨਹੀਂ ਐਸਾ ਹੁੰਦਾ ਹੈ। ਕਿਉਂਕਿ ਚੰਗੇ ਕੰਮਾਂ ਦੇ ਵਿੱਚ ਹੀ ਮੰਦੇ ਕੰਮ ਹੁੰਦੇ ਨੇ। ਜਿੱਥੇ ਚੰਗੇ ਲੋਕ ਬੈਠੇ ਹੁੰਦੇ ਨੇ, ਉਹਨਾਂ ਦੇ ਵਿੱਚ ਹੀ ਮੰਦੇ ਲੋਕ ਆ ਕੇ ਛੁਪ ਜਾਂਦੇ ਨੇ। ਕਿਉਂਕਿ ਜੇ ਅਸਲ ਹੈ ਤਾਂ ਹੀ ਤਾਂ ਉਹਦੀ ਕੋਈ ਨਕਲ ਕਰਦਾ ਪਿਆ ਹੈ। ਅਸਲ ਸੰਤ ਹੈਗੇ ਨੇ ਤਾਂ ਹੀ ਤਾਂ ਉਹਨਾਂ ਦੀ ਨਕਲ ਕਰਕੇ ਨਕਲੀ ਸੰਤ ਬਣ ਬੈਠੇ ਨੇ। ਪਰ ਮਹਾਰਾਜ ਕਹਿਣ ਲੱਗੇ, ਹੁਣ ਪਹਿਚਾਣ ਕਿੱਦਾਂ ਕਰੀਏ ਕਿ ਗ੍ਰਸਤੀ ਹੈ ਕਿ ਸੰਤ? ਭਲਾ ਕਿਹੜਾ ਇਹਨਾਂ 'ਚੋਂ? ਭਲਾ ਪਤਾ ਕੌਣ ਜੇ? ਜਿਹੜਾ ਸ਼ਬਦ ਨਾਲ ਜੁੜ ਗਿਆ ਜੇ। शब्द गुरु है, शब्द गुरु का विचार है, शब्द गुरु का हुक्म है, शब्द विच गुरु का उपदेश है, शब्द विच गुरु का रस है, शब्द विच गुरु का प्यार है। जिहड़ा भी जी भावें कोई अतीत है ते भावें कोई गृहस्थी है, अगर वो गुरु शब्द नाल जुड़िया होया है तो भाई उन सोची जे वो आएगा जाएगा वरतेगा हंडेगा, पर मन हट किते भी नहीं करेगा। वो ना दुख मना के लेवेगा तो ना दुख मना के देवेगा, क्योंकि शब्द रते। महाराज कहने लगे, जेड़े भी शब्द ना जुड़ गए ते ना सोझी पई, उन्होंने जीवन की सोझी आ गई, उन्होंने जीवन का असल मार्ग पता लग गया। तो जीवन का असल मार्ग की है? असां परमात्मा तक पहुँच बनानी है। जे ठीक है, संसार विच समाज विच विचरण के दो ही तरीके ने, ਜਾਂ ਤੁਸੀਂ ਗ੍ਰਸਤੀ ਬਣ ਕੇ ਵਿਚਰੋਗੇ, ਨਹੀਂ ਤੇ ਅਤੀਤ ਬਣ ਕੇ ਵਿਚਰੋਗੇ। ਤੀਜਾ ਤਰੀਕਾ ਤਾਂ ਹੈ ਹੀ ਨਹੀਂ ਨਾ। ਅੱਗੇ ਜਾ ਕੇ ਜਦੋਂ ਆਪਾਂ ਪੜ੍ਹਦੇ ਪੜ੍ਹਦੇ ਮਹਾਰਾਜ ਕੀ ਬਾਣੀ ਅੱਗੇ ਜਾਵਾਂਗੇ, ਬਾਬਾ ਕਬੀਰ ਸਾਹਿਬ ਜੀ ਕੇ ਸ਼ਲੋਕ ਆਪਾਂ ਪੜ੍ਹਦੇ ਨਾ, ਉਹ 'ਚ ਇੱਕ ਬੜਾ ਪਿਆਰਾ ਬਚਨ ਇਹਨਾਂ ਚੀਜ਼ਾਂ ਦੀ ਵਿਆਖਿਆ ਸੁੰਦਰ ਤਰੀਕੇ ਨਾਲ ਕਰ। ਕਬੀਰ ਜੋ ਗ੍ਰਹਿ ਕਰਹਿ ਤਾਂ ਧਰਮ ਕਰ,
ਭਲਿਆ ਤੂੰ ਗ੍ਰਸਤੀ ਹੈ, ਗ੍ਰਹਿ ਕੀਤਾ ਹੈ ਤੇ ਤੇਰਾ ਕਰਮ ਹੈ ਤੂੰ ਧਰਮ ਕਰ। ਕਿਉਂਕਿ ਗ੍ਰਸਤ ਆਪਣੇ ਆਪ 'ਚ ਇੱਕ ਧਰਮ ਹੈ। ਤੇ ਗ੍ਰਸਤੀ ਦਾ ਧਰਮ ਕੀ? ਗ੍ਰਹੀ ਕਾ ਸਤ ਦਾਨ। ਬਈ ਤੇਰਾ ਧਰਮ ਹੈ ਤੂੰ ਸੱਤ ਤੇ ਪਹਿਰਾ ਦੇਣਾ ਹੈ, ਆਚਰਨ ਤੇਰਾ ਸਤ ਸ਼ੁੱਧ ਹੋਵੇ, ਆਪ ਕਿਰਤ ਕਮਾਈ ਕਰੇ ਤੇ ਭਾਈ ਇਹਦੇ ਵਿੱਚੋਂ ਤੂੰ ਕਿਸੇ ਨੂੰ ਵੰਡ ਕੇ ਛਕਾ। ਤੂੰ ਆਪਣਾ ਗ੍ਰਸਤੀ ਧਰਮ ਨਿਭਾ ਪੂਰਾ। ਔਰ ਗੁਰੂ ਨਾਨਕ ਸਾਹਿਬ ਦੀ ਸਾਖੀਆਂ 'ਚੋਂ ਉਹ ਇੱਕ ਚਿੜੀਆਂ ਦੇ ਜੋੜੇ ਦੇ ਰਾਹੀਂ ਗ੍ਰਸਤੀ ਧਰਮ ਦੀ ਵਿਆਖਿਆਵਾਂ ਕੀਤੀਆਂ ਨਾ, ਵੀ ਗ੍ਰਸਤੀ ਦੇ ਘਰ ਕੋਈ ਆਏ ਤੇ ਭੁੱਖਾ ਨਹੀਂ ਰਹਿਣਾ ਚਾਹੀਦਾ, ਗ੍ਰਸਤੀ ਦੇ ਦਰਵਾਜ਼ੇ ਤੇ ਕੋਈ ਆਏ ਤੇ ਭੁੱਖਾ ਨਹੀਂ ਮੁੜਨਾ ਚਾਹੀਦਾ, ਗ੍ਰਸਤੀ ਦੇ ਦਰਵਾਜ਼ੇ ਦੇ ਘਰ ਕੋਈ ਆਏ ਤੇ ਭੁੱਖਾ ਨਹੀਂ ਸੌਣਾ ਚਾਹੀਦਾ। ਇਹ ਗ੍ਰਸਤੀ ਦੀ ਪਹਿਚਾਨ ਹੈ। ਕਬੀਰ ਜੋ ਗ੍ਰਹਿ ਕਰਹਿ ਤਾਂ ਧਰਮ ਕਰ। ਤਾਂ ਭਾਈ ਆਪਣੀ ਆਪਣੇ ਜ਼ਿੰਮੇਵਾਰੀਆਂ ਨਿਭਾਓ। ਤੁਸੀਂ ਗ੍ਰਸਤੀ ਹੋ ਨਾ, ਤੇ ਤੁਹਾਡਾ ਮਤਲਬ ਹੈ ਤੁਸੀਂ ਧਰਮ ਨਿਭਾਓ, ਤੁਹਾਡੀਆਂ ਜ਼ਿੰਮੇਵਾਰੀਆਂ ਨੇ, ਜ਼ਿੰਮੇਵਾਰੀਆਂ ਨਿਭਾਓ। ਤੇ ਭਾਈ ਜੇ ਤੂੰ ਗ੍ਰਸਤ ਧਰਮ ਦੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾ ਸਕਦਾ ਤੇ ਫਿਰ ਕੀ ਕਰਾਂ? ਕਹਿਣ ਲੱਗੇ ਨਾਹੀਂ ਤਾਂ ਕਰ ਬੈਰਾਗ। ਜੇ ਤੂੰ ਗ੍ਰਸਤ ਧਰਮ ਦੀਆਂ ਮਿਹਨਤਾਂ ਮਸ਼ੱਕਤਾਂ ਕਰਕੇ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦਾ ਤੇ ਬੈਰਾਗੀ ਹੋ ਕੇ ਘਰ-ਬਾਰ ਛੱਡ ਕੇ ਚਲਾ ਜਾ। ਫਿਰ ਤੇਰਾ ਕੋਈ ਧਰਮ ਨਹੀਂ, ਫਿਰ ਤੇਰਾ ਕੋਈ ਜ਼ਿੰਮੇਵਾਰੀ ਨਹੀਂ, ਫਿਰ ਤੂੰ ਜਾ ਜੰਗਲ ਵਿੱਚ। ਨਾਹੀਂ ਤਾਂ ਕਰ ਬੈਰਾਗ, ਫਿਰ ਤੂੰ ਬੈਰਾਗੀ ਹੋ ਜਾ। ਪਰ ਫਿਰ ਚੇਤਾ ਰੱਖੀ, ਤੂੰ ਘਰ ਦੀ ਜ਼ਿੰਮੇਵਾਰੀ ਤੋਂ ਬਾਹਰ ਗਿਆ ਨਾ, ਤੂੰ ਬੈਰਾਗੀ ਬਣ ਗਿਆ। ਬੈਰਾਗੀ ਬੰਧਨ ਕਰੈ। ਹੁਣ ਤੂੰ ਬਣ ਗਿਆ ਬੈਰਾਗੀ, ਬਣ ਗਿਆ ਅਤੀਤ, ਤੇ ਅਤੀਤ ਬਣ ਕੇ ਤੂੰ ਬੰਧਨ ਕਰੇ, ਅਤੀਤ ਬਣ ਕੇ ਕਿਸੇ ਬੰਧਨ ਵਿੱਚ ਪੈ ਜਾਵੇਂ ਤੇ ਤਾਂ ਕੋ ਵੱਡੋ ਅਭਾਗ। ਫਿਰ ਤੇਰੇ ਤੋਂ ਵੱਡਾ ਬਦਕਿਸਮਤ ਕੋਈ ਨਹੀਂ। ਜਾਂ ਤੇ ਤੂੰ ਬੰਧਨ ਹੀ ਪਾਉਣੇ ਨੇ, ਤੇ ਗ੍ਰਸਤੀ ਵੀ ਵਿੱਚ ਹੈ, ਘਰ ਪਰਿਵਾਰ ਦੇ ਬੰਧਨ ਨੇ, ਆਪਣੇ ਮਾਪਿਆਂ ਧੀਆਂ ਪੁੱਤਰਾਂ ਭੈਣ ਭਰਾ, ਇਹ ਧਰਮ ਨੇ ਤੇਰੇ ਨਿਭਾ। ਜੇ ਤੂੰ ਇਹ ਨਹੀਂ ਨਿਭਾ ਸਕਦਾ ਤੇ ਅਤੀਤ ਹੋ ਜਾ। ਤੇ ਜੇ ਤੂੰ ਅਤੀਤ ਹੋ ਕਹਿੰਦੇ ਫਿਰ ਅਗਰ ਤੂੰ ਕੋਈ ਡੇਰੇ ਆਦਿਕ ਦਾ ਬੰਧਨ ਪਾ ਲਵੇ ਤੇ ਤੇਰੇ ਤੋਂ ਵੱਡਾ ਬਦਕਿਸਮਤ ਕੋਈ ਨਹੀਂ। ਆ ਵੇਖੀਏ ਅਸੀਂ ਅਤੀਤਾਂ ਦੀ ਪੂਜਾ ਕਰੀ ਜਾਂਦੇ ਹਾਂ, ਉਹ ਸਭ ਬੰਧਨ 'ਚ ਪਏ ਨੇ, ਬਦਕਿਸਮਤ ਨੇ, ਡੇਰੇ ਬਣਾ ਕੇ ਬੈਠੇ ਨੇ। ਹਾਂ, ਜਾਂ ਤੇ ਆਪਣੇ ਟੱਬਰ ਪਾਲਦੇ ਨਾ, ਸਮਝ ਆਉਂਦੀ, ਮਿਹਨਤਾਂ ਮਸ਼ੱਕਤਾਂ ਕਰਦੇ, ਆਪਣੇ ਟੱਬਰ ਪਾਲਦੇ, ਆਪਣੇ ਪਰਿਵਾਰ ਪਾਲਦੇ, ਕਿਸੇ ਹੋਰ ਨੂੰ ਰੋਟੀ ਖਵਾਉਂਦੇ, ਪਰ ਲੋਕਾਂ ਦੇ ਸਿਰਾਂ ਤੋਂ ਰੋਟੀ ਖਾ ਕੇ ਫਿਰ ਆਪਣੇ ਘਰ ਤੇ ਆਪਣੇ ਡੇਰੇ ਤੇ ਆਪਣੇ ਖਜ਼ਾਨੇ ਭਰਨੇ ਵੇਖਣ ਨੂੰ ਲੱਗਦਾ ਚੰਗੇ ਚੰਗੇ, ਪਰ ਗੁਰੂ ਨਾਨਕ ਦੀ ਦ੍ਰਿਸ਼ਟੀ 'ਚ ਚੰਗੇ ਨਹੀਂ ਗੇ। ਕਹਿਣ ਲੱਗੇ ਸ਼ਬਦ ਰਤੇ ਤਿਨਾ ਸੋਝੀ ਪਈ, ਦੂਜਾ ਭਰਮ ਭੁਲਾਏ। ਅਖੀਰ ਤੇ ਮਹਾਰਾਜ ਕਹਿੰਦੇ ਕਿ ਦੋਨੋਂ ਪੱਖ ਜਿਹੜੇ ਨਾ ਪਏ ਕਿਰਤ ਕਮਾਵਣਾ ਕਹਿਣਾ ਕਛੁ ਦੇ ਭਾਈ, ਤੇ ਕਰਤੇ ਦੀ ਹੁਕਮ ਹੈ। ਜੋ ਜੋ ਹੁਕਮ ਤੋਂ ਲੱਗਾ ਆਪਣਾ ਹੁਕਮ ਨਿਭਾਓ, ਆਪਣੀ ਕਿਰਤ ਨੂੰ ਕਰੋ। ਹਰ ਕੋਈ ਆਪਣੀ ਕਿਰਤ ਕਰ ਰਿਹਾ, ਤੇ ਜੋ ਵੀ ਤੈਨੂੰ ਕਿਰਤ ਮਿਲੀ ਹੈ ਨਾ, ਭਾਵੇਂ ਤੂੰ ਗ੍ਰਸਤੀ ਬਣਿਆ, ਹੁਕਮ ਠੀਕ ਹੈ, ਕੋਈ ਅਤੀਤ ਬਣਿਆ, ਹੁਕਮ 'ਚ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਆਪਣੇ ਸੋਝੀ ਪ੍ਰਾਪਤ ਕਰੋ ਤੇ ਸੋਝੀ ਮੁਤਾਬਕ ਆਪਣੇ ਧਰਮ ਨੂੰ ਨਿਭਾਓ। ਫਿਰ ਕਹਿਣ ਲੱਗੇ ਜੋ ਸ਼ਬਦ ਨਾ ਸੋਝੀ ਪ੍ਰਾਪਤ ਕਰਕੇ ਧਰਮ ਨਿਭਾਉਂਦਾ, ਨਾਨਕ ਜੋ ਤਿਸ ਭਾਵ ਹੈ ਸੇ ਭਲੇ। ਭਲੇ ਇਹ ਨਾ ਕੋਈ ਆਖੇ ਕਿ ਅਸੀਂ ਗ੍ਰਸਤੀਆਂ ਤੇ ਬੜੇ ਭਲੇ ਆ, ਅਸੀਂ ਅਤੀਤਾਂ ਤੇ ਬੜੇ ਭਲੇ, ਨਹੀਂ ਨਹੀਂ। ਭਲਾ ਉਹ ਹੈ ਜੋ ਸ਼ਬਦ ਸਦਕੇ ਸੋਝੀ ਪ੍ਰਾਪਤ ਕਰਦਾ ਹੈ ਤੇ ਆਪਣੇ ਗੁਰ ਕਰਤੇ ਨੂੰ ਚੰਗਾ ਲੱਗਦਾ ਹੈ। ਜਿਸ ਨੂੰ ਗੁਰ ਕਰਤਾ ਜੀ ਚੰਗਾ ਮੰਨਦੇ ਨੇ, ਭਲਾ ਉਹ। ਨਾਨਕ ਜੋ ਤਿਸ ਭਾਵ ਹੈ, ਜੋ ਕਰਤਾ ਪੁਰਖ ਜਿਹਨੂੰ ਪਾਉਂਦੇ ਨੇ ਸੇ ਭਲੇ। ਭਲੇ ਉਹੀ ਨੇ। ਤੇ ਫਿਰ ਤਿਨ ਕੀ ਪਤ ਜਿਨ ਕੀ ਪਤ ਪਾਵੇ ਥਾਏ। ਫਿਰ ਭਲੇ ਕਿਹੜੇ ਨੇ? ਜਿਨ੍ਹਾਂ ਦੀ ਇੱਜ਼ਤ ਬਚਦੀ ਹੈ, ਜਿਨ੍ਹਾਂ ਦੀ ਪਤ ਕਰਤਾ ਪੁਰਖ ਆਪ ਰਚਦੇ, ਲਾਜ ਆਪ ਰੱਖ। ਗੁਰਦੇਵ ਕਿਰਪਾ ਕਰਨ ਸਾਨੂੰ ਸਮਝ ਆ ਸਕੇ, ਸ਼ਬਦ ਕਲਮ ਜਾਣ ਸਕੀਏ, ਤੇ ਸਾਡੀ ਵੀ ਇੱਜ਼ਤ ਪਤ ਮਹਾਰਾਜ ਆਪ ਰੱਖ। ਬਚਨ ਨਾਨਕ ਆਪੇ ਹੀ ਪਤ ਰੱਖਸੀ, ਆਪ ਹੀ ਸਾਡੀ ਵੀ ਇੱਜ਼ਤ ਰੱਖ। ਰੜਤਕ ਵਚਨ ਪ੍ਰਵਾਨ ਕਰਨਾ। ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਤੇ ਨਫ਼ਰਤ ਤੇ ਬੁਲਾਵਣਾ ਜੀ। ਇੱਕ ਨਿੱਕੀ ਜਿਹੀ ਬੇਨਤੀ ਕੀਰਤਨ ਆਰੰਭ ਤੋਂ ਪਹਿਲਾਂ ਬੇਨਤੀ ਕਰਦੇ ਆ। ਜਗਤ ਗੁਰੂ ਨਾਨਕ ਸਾਹਿਬ ਜੀ ਕੀ ਪਾਵਨ ਪ੍ਰਕਾਸ਼ਪੁਰ ਦੀਆਂ ਖੁਸ਼ੀਆਂ ਲੈਂਦੇ ਹੋਏ ਇਸਤਰੀ ਸਤਸੰਗ ਸਭਾ ਵੱਲੋਂ ਮਹਾਰਾਜ ਕੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 24 ਤਾਰੀਖ ਦਿਨ ਬੁੱਧਵਾਰ ਨੂੰ ਇੱਕ ਸਮਾਗਮ ਲਿਖੇ ਜਾਂਦੇ। ਹਰ ਸਾਲ ਹਮੇਸ਼ਾ ਲਿਖਦੇ ਹੋਗੇ, ਇਸ ਵਾਰ ਉਹ 24 ਤਾਰੀਖ ਨੂੰ ਦਿਨ ਬੁੱਧਵਾਰ ਸ਼ਾਮ 3 ਤੋਂ ਲੈ ਕੇ 5 ਵਜੇ ਤੱਕ ਇੱਥੇ ਦੀਵਾਨ ਲਿਖੇ ਗਏ ਨੇ। ਆਪ ਨੇ ਸਾਰਿਆਂ ਹਾਜ਼ਰੀ ਭਰਨੀ ਆ, ਗੁਰੂ ਕੀ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਪਿਆਰ ਤੇ ਆਸੀਸ ਨੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।